ਭਾਵੇਂ ਇਹ ਦੇਸ਼ ਡੈਮੋਕ੍ਰੇਟਿਕ ਆ ਤੇ ਮੈਂ ਸ਼ੁਰੂ ਤੋਂ ਇਹ ਮੰਨਦਾ ਰਿਹਾ ਵੀ ਡੈਮੋਕ੍ਰੇਟਿਕ ਇਹ ਦੇਸ਼ ਸਦਾਉਂਦਾ ਰਿਹਾ ਹੈ, ਪਰ ਡੈਮੋਕ੍ਰੇਸੀ ਸਹੀ ਤਰ੍ਹਾਂ ਲਾਗੂ ਹੋ ਨਹੀਂ ਰਹੀ। ਕੋਈ ਹੱਕ ਵੀ ਮੰਗੇ ਉਹ ਅੱਤਵਾਦੀ, ਤੇ ਜੇ ਕੋਈ ਸਹੀ ਤੌਰ ਤੇ ਕਿਸੇ ਤੇ ਜ਼ੁਲਮ ਕਰ ਰਿਹਾ ਤੇ ਉਹਨੂੰ ਇਹੋ ਜਿਹੇ ਦਰਜੇ ਨਹੀਂ ਦਿੱਤੇ ਜਾਂਦੇ। ਚਲੋ ਇਹ ਵਿਕਾਸ ਦੁਬੇ ਦੇ ਕੇਸ ਤੋਂ ਇਲਾਵਾ, ਕਿਉਂਕਿ ਇਹਦਾ ਚਲੋ ਇਨਕਾਊਂਟਰ ਹੋ ਗਿਆ, ਫਿਰ ਵੀ ਚਲੋ ਇਹਦੇ ਤੇ ਇਹਨੂੰ ਅਪਰਾਧੀ ਦੱਸਿਆ, ਪਰ ਕਈ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਹੀ ਨੌਜਵਾਨੀ ਦਾ ਘਾਣ ਕਰਾਇਆ, ਉਹਨਾਂ ਨੂੰ ਸ਼ਹੀਦ ਦੱਸਣਗੇ। ਜਿਹੜਾ ਤਾਂ ਬੰਦਾ ਸੱਚ ਲਈ ਖੜੇ ਉਹਨੂੰ ਅੱਤਵਾਦੀ ਸਾਬਤ ਕੀਤਾ ਜਾਵੇਗਾ, ਤੇ ਜਿਹੜੇ ਬੰਦੇ ਝੂਠ ਤੇ ਫਰੇਬੀ ਹੋਣਗੇ ਉਹਨਾਂ ਨੂੰ ਉੱਥੇ ਰੋਲ ਮਾਡਲ ਪੇਸ਼ ਕੀਤਾ ਜਾਵੇਗਾ। ਤੇ ਇਹ ਅੱਜ ਤੋਂ ਹੀ ਨਹੀਂ, ਸ਼ੁਰੂ ਤੋਂ ਆਦਿ ਕਾਲ ਤੋਂ ਹੁੰਦਾ ਆ ਰਿਹਾ। ਕਿਸੇ ਵੀ ਕਮਿਊਨਿਟੀ ਦੇ ਵਿੱਚ ਇੱਕ ਬੰਦਾ ਅਜਿਹਾ ਕੁਝ ਕਰ ਦਿੰਦਾ, ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਨਾ ਜਾਂ ਕਿਸੇ ਬੰਦੇ ਨੂੰ ਅੱਤਵਾਦੀ ਕਹਿਣਾ ਕਿ ਹਥਿਆਰ ਚੱਕਣ ਵਾਲਾ ਹਰੇਕ ਬੰਦਾ ਅੱਤਵਾਦੀ ਹੁੰਦਾ। ਲੋਕਾਂ ਤੇ ਜ਼ੁਲਮ ਕਰਨ ਲਈ ਕੋਈ ਹਥਿਆਰ ਪਕੜਦਾ ਹੈ ਉਹ ਅਸਲ ਵਿੱਚ ਅੱਤਵਾਦੀ ਹੈ। ਤੇ ਮੈਂ ਸਪਸ਼ਟ ਕਹਿ ਦੇਵਾਂ, ਉਹ ਕਿਸੇ ਸਰਕਾਰੀ ਵਰਦੀ 'ਚ ਵੀ ਹੋ ਸਕਦਾ, ਕਿਉਂਕਿ ਇਹ ਕਿਸੇ ਦੇਸ਼ ਦਾ ਕਾਨੂੰਨ ਨਹੀਂ ਤੈਅ ਕਰੇਗਾ ਵੀ ਅੱਤਵਾਦੀ ਕੌਣ ਆ। ਹੋ ਸਕਦਾ ਦੇਸ਼ ਦਾ ਕਾਨੂੰਨ ਤਾਂ ਸੱਤਵਾਦੀਆਂ ਨੂੰ ਵੀ ਅੱਤਵਾਦੀ ਦਿਖਾ ਦੇ। ਗਲਤ ਬੰਦੇ ਕਿਸੇ ਵੀ ਕੌਮ 'ਚ ਹੋ ਸਕਦੇ ਆ, ਸਿੱਖਾਂ 'ਚ ਵੀ ਹੋ ਸਕਦੇ, ਹਿੰਦੂ ਵੀਰਾਂ 'ਚ ਵੀ ਹੋ ਸਕਦੇ, ਮੁਸਲਮਾਨਾਂ 'ਚ ਵੀ ਹੋ ਸਕਦੇ ਆ। ਇਹ ਪੂਰੀ ਖਲਕਤ ਇਹ ਗੱਲ ਸਮਝ ਲੈ ਵੀ ਇੱਕ ਬੰਦਾ ਗੁਨਾਹ ਕਰਦਾ ਹੈ, ਅਸਲ ਦੇ ਵਿੱਚ ਜਦੋਂ ਬੰਦਾ ਗੁਨੇਗਾਰ ਹੋ ਗਿਆ ਨਾ ਜੀ, ਉਹ ਧਰਮੀ ਰਹਿੰਦਾ ਹੀ ਨਹੀਂ ਫਿਰ। ਪਰ ਅਜਿਹਾ ਕੁਝ ਕਿਉਂ ਹੁੰਦਾ ਹੈ? ਸਾਰਾ ਕੁਝ ਵਿਤਕਰਾ ਕਿਉਂ ਕਰ ਦਿੱਤਾ ਜਾਂਦਾ? ਮੈਂ ਸਮਝਦਾ ਵੀ ਇਹ ਗੰਦੀ ਰਾਜਨੀਤੀ ਆ ਜੀ। ਮੀਡੀਆ ਰਾਜਨੀਤੀ ਦੇ ਅਧੀਨ ਆ। ਮੀਡੀਆ ਸਾਡਾ ਪਹਿਲੀ ਗੱਲ ਆਜ਼ਾਦ ਹੀ ਨਹੀਂ ਹੈ। ਕੋਈ ਸੱਚ ਦੀ ਗੱਲ ਕਰੇ ਤੇ ਉਹ ਚੈਨਲ ਬੈਨ ਕਰ ਦਿੱਤੇ ਜਾਂਦੇ ਆ, ਤੇ ਚੈਨਲ ਚੱਲਦੇ ਹੀ ਤਾਂ ਏ ਜੇ ਵਕਤ ਦੀਆਂ ਸਰਕਾਰਾਂ ਦੇ ਥੱਲੇ ਲੱਗ ਕੇ ਚੱਲਣਗੇ। ਪਰ ਅਸਲ ਦੇ ਵਿੱਚ ਸਹੀ ਜੇ ਡੈਫੀਨੇਸ਼ਨ ਦੇਖੀਏ ਨਾ ਜੀ, ਆਜ਼ਾਦੀ ਪੂਰਨ ਤੌਰ ਤੇ ਆਈ ਨਹੀਂ ਹਜੇ, ਕਿਉਂਕਿ ਜਿਸ ਦੇਸ਼ ਦਾ ਮੀਡੀਆ ਗੁਲਾਮ ਹੋਵੇ ਤੇ ਉਹ ਦਿਲੋਂ ਕੱਢ ਦੇ ਵੀ ਉਹ ਪੂਰੀ ਤਰ੍ਹਾਂ ਆਜ਼ਾਦ ਹੈ। ਜਿੱਥੇ ਆਪਦੇ ਹੱਕਾਂ ਨੂੰ ਕੋਈ ਗੱਲ ਕਰੇ ਉਹਨੂੰ ਅੱਤਵਾਦੀ ਦੱਸ ਦਿੱਤਾ ਜਾਵੇ, ਦਿਲੋਂ ਕੱਢ ਦੋ ਹਜੇ ਆਜ਼ਾਦ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਅੱਜ ਅਸੀਂ ਗੱਲਬਾਤ ਕਰਾਂਗੇ ਉਸ ਦਹਿਸ਼ਤਗਰਦ ਦੀ। ਜੇਕਰ ਗੱਲ ਕਰੀਏ ਉਸ ਦਹਿਸ਼ਤਗਰਦ ਵਿਕਾਸ ਦੁਬੇ ਦੀ, ਭਾਰਤ ਦੇ ਵਿੱਚ ਕਾਫੀ ਨਾਮ ਜਿਹੜਾ ਆਉਂਦਾ ਸੀਗਾ। ਯੂਪੀ ਦੇ ਵਿੱਚ ਕਾਫੀ ਉਸਨੇ ਵਾਰਦਾਤਾਂ ਕੀਤੀਆਂ, ਫਰੌਤੀਆਂ, ਜ਼ਮੀਨਾਂ 'ਤੇ ਕਬਜ਼ੇ, ਕਿਸੇ ਨੂੰ ਥਿੱਟ ਦੇਣੀ, ਕਿਸੇ ਦੇ ਕਤਲ ਕਰ ਦੇਣਾ। 8 ਉੱਥੋਂ ਦੇ ਯੂਪੀ ਦੇ ਪੁਲਿਸ ਮੁਲਾਜ਼ਮ ਜਿਹੜੇ ਉਹਨੇ ਹੱਤਿਆ ਕਰ ਦਿੱਤੀ ਸੀ, ਜਿਸ ਵਿੱਚ DSP, SI, ਕੁਛ ਛੋਟੇ ਮੁਲਾਜ਼ਮ ਸਨ। ਇੱਕ ਮੰਤਰੀ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਥਾਣੇ ਦੇ ਵਿੱਚ ਜਾ ਕੇ, ਜਿਹਦੇ 19 ਉੱਥੋਂ ਦੇ ਪੁਲਿਸ ਕਰਮਚਾਰੀ ਅਗਵਾ ਵੀ ਬਣੇ ਸਨ, ਪਰ ਕਿਸੇ ਨੇ ਅਗਵਾਈ ਵੀ ਨਹੀਂ ਦਿੱਤੀ ਸੀ। ਉਸ ਤੋਂ ਬਾਅਦ ਉਹ ਬਾਹਰ ਆ ਗਿਆ ਸੀਗਾ। ਸਕੂਲ ਦੇ ਵਿੱਚ ਪੜ੍ਹਦਿਆਂ ਪਿਸਤੌਲ ਲੈ ਕੇ ਜਾਣਾ ਉਸਦਾ ਸ਼ੌਂਕ ਸੀਗਾ। ਜਦੋਂ ਟੀਚਰਾਂ ਨੂੰ ਪਤਾ ਲੱਗਿਆ, ਟੀਚਰਾਂ ਨੇ ਪਿਸਤੌਲ ਖੋਲ੍ਹਿਆ ਅਤੇ ਅਗਲੇ ਦਿਨ ਉਸਨੇ ਟੀਚਰਾਂ ਦੀ ਕੁੱਟਮਾਰ ਕਰ ਦਿੱਤੀ ਸੀ, ਜਿਸ ਤੋਂ ਉਹ ਦਹਿਸ਼ਤ ਦਾ ਇੱਕ ਨਾਮ ਮੰਨਿਆ ਜਾਂਦਾ ਸੀ, ਜਿਸ ਤੋਂ ਉਹਦੇ ਦਹਿਸ਼ਤਗਰਦਾਂ ਦੇ ਵਿੱਚ ਪੈਰ ਜਿਹੜੇ ਉਹ ਪਸਰਨੇ ਸ਼ੁਰੂ ਹੋ ਗਏ ਸਨ। ਉਸ 'ਤੇ ਕੋਈ ਵੀ ਅਪਰਾਧਿਕ ਕਿਸਮ ਦਾ ਮਾਮਲਾ ਦਰਜ ਨਹੀਂ ਹੋਇਆ ਸੀ, ਕਿਉਂਕਿ ਇੱਕ ਸਟੂਡੈਂਟ ਸੀਗਾ ਅਤੇ ਨਾਬਾਲਗ ਹੋਵੇਗਾ ਉਹ ਤੋਂ। ਉਸ ਤੋਂ ਬਾਅਦ ਸਰਕਾਰਾਂ ਨੇ ਉਸ ਨੂੰ ਵਰਤਿਆ ਹੋਵੇਗਾ, ਇਸ ਵਿੱਚ ਕੋਈ ਵੀ ਸ਼ੱਕ ਨਹੀਂਗਾ, ਕਿਉਂਕਿ ਜਦੋਂ ਮਾਇਆਵਤੀ ਦੀ ਸਰਕਾਰ ਸੀ ਤੇ ਜ਼ਮੀਨਾਂ 'ਤੇ ਕਬਜ਼ੇ ਕਰਨੇ, ਫਰੌਤੀਆਂ ਲੈਣੀਆਂ, ਅਜਿਹੇ ਬੜੇ ਤਰ੍ਹਾਂ ਦੇ ਉਹਦੇ 'ਤੇ ਅਪਰਾਧਿਕ ਕਿਸਮ ਦੇ ਮਾਮਲੇ ਦਰਜ ਸਨ। ਕਿ ਕਿਸੇ ਵੀ ਸਰਕਾਰ ਨੂੰ ਪਤਾ ਨਹੀਂ ਹੁੰਦਾ ਕਿ ਕੌਣ ਇੱਥੇ ਸਾਡੇ ਸੂਬੇ ਦੇ ਵਿੱਚ ਅਜਿਹਾ ਕੰਮ ਕਰ ਰਿਹਾ ਜਿਸ ਨਾਲ ਕਿਸੇ ਦੀ ਜਾਨ ਮਾਲ ਨੂੰ ਨੁਕਸਾਨ ਹੋਵੇ। ਉਸ ਦਾ ਚਚੇਰੇ ਭਰਾ ਨੂੰ ਵੀ ਮਾਰਨ ਦਾ ਇੱਕ ਕੇਸ ਦਰਜ ਸੀਗਾ, ਜਿਸ 'ਤੇ ਉਸ ਦੀ ਭਰਜਾਈ ਨੇ 4 ਬੰਦਿਆਂ ਦੇ ਜਿਹੜੇ ਇਹਨਾਂ ਦੇ ਨਾਮਜ਼ਦ ਕਰਾਏ ਸਨ ਨਾਮ, ਪਰ ਉਸ ਦੇ ਵਿੱਚ ਕੁਝ ਵੀ ਨਹੀਂ ਬਣਿਆ। ਉਸ ਤੋਂ ਬਾਅਦ ਸ਼ਰੇਆਮ ਉੱਥੇ ਘੁੰਮਦਾ ਰਿਹਾ। ਪੁਲਿਸ ਦੇ ਵਿੱਚ ਇੱਕ ਬਹੁਤ ਵੱਡੀ ਦਹਿਸ਼ਤ ਸੀ, ਕਿਉਂਕਿ ਉਹਨੇ 8 ਮੁਲਾਜ਼ਮ ਪੁਲਿਸ ਦੇ ਮਾਰੇ ਹੋਏ ਸਨ। ਪੁਲਿਸ ਦੀ ਹੀ ਰਫਲ ਖੋਹ ਕੇ, ਸਟੇਨਗਨ ਖੋਹ ਕੇ ਉਹਨਾਂ ਦੇ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਉਹ ਸ਼ਰੇਆਮ ਘੁੰਮਣਾ। ਪਰ 1-2 ਦਿਨ ਪਹਿਲਾਂ ਵਿਕਾਸ ਦੁਬੇ ਜਿਹੜਾ ਉਹ ਉੱਥੋਂ ਫੜਿਆ ਜਾਂਦਾ। ਉਸ ਤੋਂ ਪਹਿਲਾਂ ਉਸ ਦੇ ਕੁਝ ਸਾਥੀ ਸਨ, 3-4 ਦਾ ਐਨਕਾਊਂਟਰ ਹੋ ਗਿਆ ਸੀ। ਵਿਕਾਸ ਦੁਬੇ ਜਿਉਂ ਹੀ ਫੜਿਆ ਜਾਂਦਾ ਅਤੇ ਉਸ ਨੂੰ ਬੀਤੀ ਰਾਤ ਪੁਲਿਸ, ਉੱਥੋਂ ਦੀ ਜਿਹੜੀ ਪੁਲਿਸ ਸੀਗੀ, ਉਹਨਾਂ ਦੇ ਮੁਲਾਜ਼ਮ ਸੀ, STF ਦੇ ਮੁਲਾਜ਼ਮ ਸੀਗੇ, ਉਹਨੂੰ ਲੈ ਕੇ ਜਾ ਰਹੇ ਸਨ, ਪਰ ਗੱਡੀ ਕਹਿੰਦੇ ਆ ਰਾਹ ਦੇ ਵਿੱਚ ਪਲਟ ਗਈ। ਗੱਡੀ ਪਲਟਣ ਦੇ ਕਾਰਨ ਜਿਹੜਾ ਵਿਕਾਸ ਦੁਬੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਸੀਗਾ, ਅਤੇ ਵਿਕਾਸ ਦੁਬੇ ਦਾ ਜਿਹੜਾ ਉੱਥੋਂ ਦੇ ਮੁਲਾਜ਼ਮਾਂ ਨੇ ਉਹਦਾ ਜਿਹੜਾ ਐਨਕਾਊਂਟਰ ਕਰ ਦਿੱਤਾ ਗਿਆ, ਕਿਉਂਕਿ ਉਹ ਭੱਜਣ ਇੱਕ ਬੜਾ ਵੱਡਾ ਦਹਿਸ਼ਤਗਰਦ ਸੀ। ਉਹ ਨਹੀਂ ਚਾਹੁੰਦੇ ਸਾਡੀ ਜਿਹੜੀ ਫੜਿਆ ਹੋਇਆ ਪਕੜ ਦੇ ਵਿੱਚੋਂ ਬਾਹਰ ਜਾਵੇ, ਤਾਂ ਐਨਕਾਊਂਟਰ ਹੋ ਗਿਆ।
ਪਰ ਗੱਲਬਾਤ ਕਰਾਂਗੇ ਦੂਰੀ ਨੀਤੀ ਕਿਉਂ। ਜੇਕਰ ਇਹ ਹੀ ਮੁਲਾਜ਼ਮਾਂ ਤੋਂ ਭੱਜਿਆ ਹੁੰਦਾ, ਐਨਕਾਊਂਟਰ ਕੀਤਾ ਹੁੰਦਾ ਜਸ ਸਿੰਘ ਜਾਂ ਉਹਦੇ ਮਗਰ ਖਾਣ ਲੱਗਦਾ ਹੁੰਦਾ ਤਾਂ ਇੱਥੇ ਬਹੁਤ ਵੱਡੇ ਵੱਡੇ ਨਾਮੀ ਚੈਨਲਾਂ ਨੇ ਉਹਨੂੰ ਆਤੰਕਵਾਦੀ ਦਾ ਕਰਾਰ ਦੇਣਾ ਸੀ। ਪਰ ਜਿਉਂ ਹੀ ਵਿਕਾਸ ਦੁਬੇ ਦਾ ਐਨਕਾਊਂਟਰ ਹੋਇਆ, ਤੁਸੀਂ ਹਰੇਕ ਸੋਸ਼ਲ ਮੀਡੀਆ ਤੇ ਤੁਹਾਨੂੰ ਚੈਨਲ ਮਿਲ ਜਾਊਗਾ, ਜਾ ਕੇ ਦੇਖੋਗੇ ਤਾਂ ਉਹਨੂੰ ਸਿਰਫ ਵਿਕਾਸ ਦੁਬੇ ਦੇ ਨਾਮ ਤੇ ਹੀ ਉਹਦਾ ਜ਼ਿਕਰ ਕੀਤਾ ਜਾਂਦਾ। ਵਿਕਾਸ ਦੁਬੇ ਦਾ ਐਨਕਾਊਂਟਰ ਹੋ ਗਿਆ। ਜੇ ਕਿਸੇ ਵੀ ਝੜਪ ਹੁੰਦੀ ਹੈ ਪੁਲਿਸ ਦੇ ਨਾਲ ਤੇ ਉਹਨੂੰ ਅੱਤਵਾਦੀ ਦਾ ਦਰਜਾ ਦਿੱਤਾ ਜਾਂਦਾ ਹੈ। ਜੇਕਰ ਸੋਸ਼ਲ ਮੀਡੀਆ ਤੇ ਕੋਈ ਕਿਸੇ ਅਪਰਾਧਿਕ ਕਿਸਮ ਦੀ ਸਟੋਰੀ ਸ਼ੇਅਰ ਕਰ ਦਿੰਦਾ ਹੈ ਜਾਂ ਕਮੈਂਟ ਤੱਕ ਉਹਦੇ ਹੱਕ ਵਿੱਚ ਪਾ ਦਿੰਦਾ ਤੇ ਉੱਥੇ ਵੀ ਉਹਨੂੰ ਆਤੰਕਵਾਦੀ ਦਾ ਦਰਜਾ ਜਿਹੜਾ ਸਾਡੇ ਮੀਡੀਆ ਵੱਲੋਂ ਦਿੱਤਾ ਜਾਂਦਾ ਹੈ। ਇਹ ਦੂਰੀ ਨੀਤੀ ਕਿਉਂ। ਸਾਡੇ ਨਾਲ ਅੱਜ ਹਰਜੋਤ ਸਿੰਘ ਖਾਲਸਾ ਜੀ ਮੌਜੂਦ ਨੇ। ਅਸੀਂ ਹਰੇਕ ਵਿਸ਼ੇ ਤੇ ਕਾਨੂੰਨ ਦੀ ਅਵਸਥਾ ਦੇ ਵਿੱਚ ਰਹਿ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਨਾਲ, ਕਿਉਂਕਿ ਹਰੇਕ ਚੀਜ਼ ਦਾ ਹਰੇਕ ਬੰਦੇ ਦਾ ਅਧਿਕਾਰ ਹੁੰਦਾ ਹੈ ਕਿ ਆਪਦੇ ਕਾਨੂੰਨ ਦੇ ਵਿੱਚ ਰਹਿ ਕੇ ਉਸ ਚੀਜ਼ ਨੂੰ ਪੇਸ਼ ਕਰ ਸਕੇ। ਸਾਡੇ ਨਾਲ ਹਰਜੋਤ ਸਿੰਘ ਖਾਲਸਾ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਜੋਤ ਸਿੰਘ ਜੀ, ਤੁਹਾਨੂੰ ਲੱਗਦਾ ਨਹੀਂ ਗਾ ਕਿ ਆਪਾਂ ਇੱਕੋ ਉਸ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿਹੜਾ ਕਾਨੂੰਨ ਸਾਰਿਆਂ ਸੂਬਿਆਂ ਲਈ ਇੱਕੋ ਜਿਹਾ ਹੈ, ਪਰ ਦੂਰੀ ਨੀਤੀ ਹੋ ਜਾਂਦੀ ਹੈ। ਜੇਕਰ ਸਿੰਘ ਤੇ ਖਾਣ ਲੱਗਦਾ ਤੇ ਉਹਦੇ ਲਈ ਹੋਰ ਕਾਨੂੰਨ ਆ, ਤੇ ਜੇਕਰ ਉਹਦੇ ਮਗਰ ਕੁਮਾਰ ਜਾਂ ਪੰਡਤ ਲੱਗਦਾ, ਅਸੀਂ ਕਿਸੇ ਵੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਹੇ, ਪਰ ਕੁਝ ਫਿਰਕਾ ਪ੍ਰਸਤ ਲੋਕ ਹੁੰਦੇ, ਉਹ ਸਾਡੇ ਵਿੱਚ ਵੀ ਹੋਣਗੇ, ਉਹਨਾਂ ਵਿੱਚ ਵੀ ਨੇ, ਪਰ ਉੱਥੇ ਉਹ ਸਾਰੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ। ਉੱਥੇ ਉਹ ਬੰਦੇ ਨੂੰ ਵੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਨਾਮ ਲਿਆ ਜਾਂਦਾ ਹੈ, ਪਰ ਜਦੋਂ ਕੋਈ ਸਾਡੇ ਵਿੱਚ ਕੋਈ ਦਹਿਸ਼ਤਗਰਦੀਆਂ ਜੋ ਅਜਿਹਾ ਕੰਮ ਕਰਦਾ ਤਾਂ ਸਾਰੀ ਕਮਿਊਨਿਟੀ ਨੂੰ ਹੀ ਟਾਰਗੇਟ ਕਰ ਲਿਆ ਜਾਂਦਾ। ਦੇਖੋ ਜੀ, ਜਿੱਥੋਂ ਤੱਕ ਮੈਂ ਸਮਝਦਾ ਹੈ ਨਾ ਜੀ, ਭਾਵੇਂ ਇਹ ਦੇਸ਼ ਡੈਮੋਕ੍ਰੇਟਿਕ ਆ ਤੇ ਮੈਂ ਸ਼ੁਰੂ ਤੋਂ ਇਹ ਮੰਨਦਾ ਰਿਹਾ ਵੀ ਡੈਮੋਕ੍ਰੇਟਿਕ ਇਹ ਦੇਸ਼ ਸਦਾਉਂਦਾ ਰਿਹਾ ਹੈ, ਪਰ ਡੈਮੋਕ੍ਰੇਸੀ ਸਹੀ ਤਰ੍ਹਾਂ ਲਾਗੂ ਹੋ ਨਹੀਂ ਰਹੀ। ਆਪਾਂ ਦੇਖਦੇ ਹਾਂ ਵੀ ਅਗਲੇ ਬੰਦੇ ਦਾ ਰਿਲੀਜਨ ਦੇਖ ਕੇ ਕਾਨੂੰਨ ਲਾਗੂ ਹੁੰਦਾ ਤੇ ਸਾਡੇ ਸਾਹਮਣੇ ਬੜੀਆਂ ਉਦਾਹਰਨਾਂ ਨੇ। ਤੇ ਮੈਂ ਇਸ ਸਾਰੀ ਗੱਲ ਦਾ ਨਿਚੋੜਨਾ ਜੀ ਇੱਕੋ ਹੀ ਕੱਢਿਆ। ਗੁਰਬਾਣੀ ਦੇ ਵਿੱਚ ਨਾ ਇੱਕ ਬਚਨ ਆਉਂਦਾ ਹੈ, ਕਿਉਂਕਿ ਜੇ ਆਪਾਂ ਸਾਰਾ ਪਿਛਲਾ ਇਤਿਹਾਸ ਫਰੋੜ ਕੇ ਦੇਖ ਲਈਏ, ਕੋਈ ਹੱਕ ਵੀ ਮੰਗੇ ਉਹ ਅੱਤਵਾਦੀ, ਤੇ ਜੇ ਕੋਈ ਸਹੀ ਤੌਰ ਤੇ ਕਿਸੇ ਤੇ ਜ਼ੁਲਮ ਕਰ ਰਿਹਾ ਤੇ ਉਹਨੂੰ ਇਹੋ ਜਿਹੇ ਦਰਜੇ ਨਹੀਂ ਦਿੱਤੇ ਜਾਂਦੇ। ਤੇ ਚਲੋ ਇਹ ਵਿਕਾਸ ਦੁਬੇ ਦੇ ਕੇਸ ਤੋਂ ਇਲਾਵਾ, ਕਿਉਂਕਿ ਇਹਦਾ ਚਲੋ ਇਨਕਾਊਂਟਰ ਹੋ ਗਿਆ, ਫਿਰ ਵੀ ਚਲੋ ਇਹਦੇ ਤੇ ਇਹਨੂੰ ਅਪਰਾਧੀ ਦੱਸਿਆ, ਪਰ ਕਈ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਹੀ ਨੌਜਵਾਨੀ ਦਾ ਘਾਣ ਕਰਾਇਆ, ਉਹਨਾਂ ਨੂੰ ਸ਼ਹੀਦ ਦੱਸਣਗੇ। ਇੱਕ ਕਈ ਬੁੱਚੜ ਹੋਏ ਇੱਥੇ ਜਿਨ੍ਹਾਂ ਨੇ ਪਤਾ ਨਹੀਂ ਪੰਜਾਬ ਦੀ ਕਿੰਨੀ ਨੌਜਵਾਨੀ ਦਾ ਘਾਣ ਕਰਾ ਦਿੱਤਾ। ਅੱਜ ਤੱਕ ਉਹ ਇਸ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸ਼ਹੀਦ ਆਜ਼ਮ ਸਦਾਉਂਦੇ ਨੇ, ਤੇ ਜਿਨ੍ਹਾਂ ਨੇ ਆਪਣੇ ਹੀ ਹੱਕਾਂ ਲਈ ਆਵਾਜ਼ ਉਠਾਈ ਉਹ ਅੱਤਵਾਦੀ ਸਦਾਉਂਦੇ ਨੇ। ਗੁਰਬਾਣੀ ਦਾ ਨਾ ਜੀ ਇੱਕ ਬਚਨ ਆਉਂਦਾ, ਮਹਾਰਾਜ ਕਹਿੰਦੇ ਨੇ, ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਗੁਰੂ ਸਾਹਿਬ ਨੇ ਕਲਯੁਗ ਦੀ ਡੈਫੀਨੇਸ਼ਨ ਦਿੱਤੀ ਆ। ਮਹਾਰਾਜ ਕਹਿੰਦੇ ਕਿ ਜਿੱਥੇ ਕਲਯੁਗੀ ਰਾਜ ਹੋਵੇਗਾ ਨਾ ਜੀ, ਉਹਦੇ ਲੱਛਣ ਕੀ ਹੋਣਗੇ ਕਿ ਮਿੱਠੀ ਚੀਜ਼ ਨੂੰ ਕੌੜਾ ਕਿਹਾ ਜਾਵੇਗਾ ਤੇ ਕੌੜੀ ਚੀਜ਼ ਨੂੰ ਮਿੱਠਾ। ਜਿਹੜਾ ਤਾਂ ਬੰਦਾ ਸੱਚ ਲਈ ਖੜੇ ਉਹਨੂੰ ਅੱਤਵਾਦੀ ਸਾਬਤ ਕੀਤਾ ਜਾਵੇਗਾ, ਤੇ ਜਿਹੜੇ ਬੰਦੇ ਝੂਠ ਤੇ ਫਰੇਬੀ ਹੋਣਗੇ ਉਹਨਾਂ ਨੂੰ ਉੱਥੇ ਰੋਲ ਮਾਡਲ ਪੇਸ਼ ਕੀਤਾ ਜਾਵੇਗਾ। ਤੇ ਇਹ ਅੱਜ ਤੋਂ ਹੀ ਨਹੀਂ, ਸ਼ੁਰੂ ਤੋਂ ਆਦਿ ਕਾਲ ਤੋਂ ਹੁੰਦਾ ਆ ਰਿਹਾ। ਮੈਂ ਇੱਕ ਛੋਟੀ ਜੀ ਘਟਨਾ ਇਤਿਹਾਸ ਦੇ ਵਿੱਚ ਜ਼ਰੂਰ ਦੱਸਣੀ ਚਾਹਾਂਗਾ, ਕਿਉਂਕਿ ਆਪਾਂ ਇਹ ਤੱਤ ਸਮਝ ਲਈਏ ਕਿ ਅਸਲ ਦੇ ਵਿੱਚ ਐਸਾ ਕਿਉਂ ਹੈ ਤੇ ਕਦੋਂ ਤੋਂ ਹੁੰਦਾ ਆ ਰਿਹਾ। ਸ਼ੁਰੂ ਤੋਂ ਹੁੰਦਾ ਆ ਰਿਹਾ ਵੀ ਜਿਹੜਾ ਵੀ ਬੰਦਾ ਅੰਦਰੋਂ ਫਰੇਬੀ ਹੋਵੇਗਾ ਨਾ ਜੀ, ਉਸ ਬੰਦੇ ਦਾ ਕਿਤੇ ਰਾਜ ਆ ਜਾਵੇ, ਜਾਂ ਉਹ ਫਰੇਬੀ ਬੰਦੇ ਦਾ ਥੋੜਾ ਜ਼ਿਆਦਾ ਹੀ ਚੱਲਦੀ ਹੋਵੇ, ਉਹ ਫਰੇਬੀ ਬੰਦਾ ਤਾਂ ਆਪਦੇ ਵਰਗਿਆਂ ਨੂੰ ਹੀ ਰੋਲ ਮਾਡਲ ਪੇਸ਼ ਕਰੂਗਾ। ਮੈਂ ਬੀਰਬਲ ਦਾ ਪੜ੍ਹ ਰਿਹਾ ਸੀ ਪਿੱਛੇ ਜੇ, ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ, ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਬੀਰਬਲ ਦਾ ਰੋਲ ਪੜ੍ਹ ਰਿਹਾ ਸੀ। ਬੀਰਬਲ ਵੈਸੇ ਇੱਕ ਬ੍ਰਾਹਮਣ ਸੀ, ਮੈਂ ਉਹਨਾਂ ਧਰਮ ਤੇ ਕਿੰਤੂ ਨਹੀਂ ਕਰ ਰਿਹਾ, ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਵੀ ਜਦੋਂ ਵੀ ਗੁਰੂ ਘਰ ਲੰਗਰਾਂ ਦਾ ਵਿਰੋਧ ਹੋਇਆ, ਬੀਰਬਲ ਦਾ ਹੱਥ ਰਿਹਾ। ਪ੍ਰਿਥੀ ਚੰਦ ਨੇ ਨਾਕਾਬੰਦੀ ਕੀਤੀ ਆ, ਜਿਹੜੀ ਵੀ ਸੰਗਤ ਆਉਂਦੀ ਸੀ ਉਹਨਾਂ ਨੂੰ ਰਾਹ ਵਿੱਚ ਰੋਕ ਕੇ ਉਹਨਾਂ ਦਾ ਦਸਵੰਧ ਹੜਪ ਲੈਣਾ, ਨਾਕਾਬੰਦੀ ਕੀਤੀ। ਇਹਦੇ ਵਿੱਚ ਸ਼ਹਿ ਜਿਹੜੀ ਹੈ ਬੀਰਬਲ ਦਿੰਦਾ ਰਿਹਾ। ਫਿਰ ਇੱਥੋਂ ਤੱਕ ਕਿ ਪ੍ਰਿਥੀ ਚੰਦ ਨੇ ਅੱਗੇ ਜਾ ਕੇ ਹੇਹਰੀ ਦਰਬਾਰ ਸਾਹਿਬ ਦੇ ਵਰਗਾ ਇੱਕ ਮਾਡਲ ਬਣਾਇਆ, ਨਾਮ ਵੀ ਦੁੱਖ ਨਿਵਾਰਨ ਦਿੱਤਾ, ਕਾਪੀ ਕੀਤੀ, ਸ਼ਹਿ ਬੀਰਬਲ ਦੀ ਰਹੀ। ਤੇ ਇਤਿਹਾਸ ਨੇ ਇੱਥੋਂ ਤੱਕ ਦੱਸਿਆ ਕਿ ਸਮਾਂ ਆਇਆ ਵੀ ਜਦੋਂ ਸਰਹੱਦ ਤੇ ਥੋੜੀ ਟੈਨਸ਼ਨ ਪਈ ਅਕਬਰ ਬਾਦਸ਼ਾਹ ਨੂੰ, ਉਸ ਵਕਤ ਬਾਦਸ਼ਾਹ ਅਕਬਰ ਸੀ, ਉਹਨੇ ਜੈਨ ਖਾਂ ਨੂੰ ਉੱਥੇ ਯੁੱਧ ਲਈ ਭੇਜਿਆ। ਜੈਨ ਖਾਂ ਦਾ ਜਦੋਂ ਪੱਲਾ ਹੌਲਾ ਦਿਖਿਆ ਨਾ, ਪਿੱਛੋਂ ਹੀ ਉਹਨੇ ਬੀਰਬਲ ਨੂੰ ਮਦਦ ਲਈ ਭੇਜਤਾ, ਤੇ ਬੀਰਬਲ ਲੰਘਿਆ ਅੰਮ੍ਰਿਤਸਰ ਸਾਹਿਬ ਥਾਂ ਦੀ। ਤੇ ਜਦੋਂ ਉਹ ਅੰਮ੍ਰਿਤਸਰ ਸਾਹਿਬ ਰੁਕਿਆ ਨਾ ਜੀ, ਇਹ ਹੁਣ ਗੁਰੂ ਘਰ ਨਾਲ ਸ਼ੁਰੂ ਤੋਂ ਵਿਰੋਧੀ ਸੀ, ਲੱਗਦਾ ਸੀ, ਤੇ ਇਸ ਬੀਰਬਲ ਨੇ ਕੀ ਕੀਤਾ ਕਿ ਗੁਰੂ ਘਰ ਤੇ ਟੈਕਸ ਲਾ ਦਿੱਤਾ, ਐਲਾਨ ਕਰਤਾ ਵੀ ਗੁਰੂ ਘਰ ਨੂੰ ਟੈਕਸ ਦੇਣਾ ਪਏਗਾ, ਅੰਮ੍ਰਿਤਸਰ ਸਾਹਿਬ ਨੂੰ ਟੈਕਸ ਦੇਣਾ ਪਏਗਾ।
ਤੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਭਾਈ ਵੀ ਅਸੀਂ ਕੋਈ ਬਿਜ਼ਨਸ ਨਹੀਂ ਕਰ ਰਹੇ, ਅਸੀਂ ਤਾਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਾਂ। ਗੁਰੂ ਘਰ ਨੇ ਨਾ ਤਾਂ ਪਹਿਲਾਂ ਕਦੀ ਟੈਕਸ ਦਿੱਤਾ ਤੇ ਨਾ ਹੀ ਅੱਗੇ ਦੇਣਾ ਹੈ। ਤੇ ਬੀਰਬਲ ਨੇ ਇਹ ਧਮਕੀ ਦਿੱਤੀ ਕਿ ਜੇ ਤੁਸੀਂ ਕੱਲ ਤੱਕ ਟੈਕਸ ਨਹੀਂ ਦਿੱਤਾ ਤੇ ਮੈਂ ਅੰਮ੍ਰਿਤਸਰ ਸਾਹਿਬ ਨੂੰ ਉਜਾੜ ਕੇ ਰੱਖ ਦਿਆਂਗਾ। ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਸੀ ਵੀ ਹੋਣਾ ਉਹ ਜੋ ਪ੍ਰਮਾਤਮਾ ਨੇ ਚਾਹਿਆ, ਉਹ ਨਹੀਂ ਜੋ ਬੀਰਬਲ ਚਾਹੁੰਦਾ। ਤੇ ਦੇਖੋ ਪ੍ਰਮਾਤਮਾ ਦੀ ਰਜ਼ਾ, ਅਗਲਾ ਦਿਨ ਚੜਿਆ ਵੀ ਨਹੀਂ, ਅਕਬਰ ਦਾ ਹੁਕਮ ਆ ਗਿਆ ਵੀ ਛੇਤੀ ਜੈਨ ਖਾਂ ਦੀ ਮਦਦ ਲਈ ਪਹੁੰਚੇ। ਬੀਰਬਲ ਗਿਆ, ਪਰ ਜਾਂਦਿਆਂ ਇਹ ਕਹਿ ਗਿਆ ਵੀ ਮੁੜਦਿਆਂ ਮੈਂ ਗੁਰੂ ਕਿਆਂ ਨੂੰ ਸਿੱਧਾ ਕਰਕੇ ਜਾਵਾਂਗਾ। ਇਹ ਸ਼ਬਦ ਉਹਨੇ ਵਰਤੇ। ਤੇ ਜਦੋਂ ਉੱਥੋਂ ਗਿਆ, ਯੁੱਧ ਦੇ ਵਿੱਚ ਹਿੱਸਾ ਪਿਆ ਤੇ ਯੁੱਧ ਦੇ ਵਿੱਚ ਮਾਰਿਆ ਗਿਆ। ਤੇ ਅੱਜ ਤੁਸੀਂ ਦੇਖ ਲਓ, ਹੁਣ ਵੇਖੋ ਉਹਦਾ ਚਲੋ ਜੋ ਮਰਜ਼ੀ ਨਤੀਜਾ ਹੋਇਆ, ਅੱਜ ਤੁਸੀਂ ਨਾਟਕਾਂ, ਸੀਰੀਅਲਸ ਕਿਸੇ ਵੀ ਦੇਖ ਲਓ, ਬੀਰਬਲ ਨੂੰ ਰੋਲ ਮਾਡਲ ਦਿਖਾਇਆ ਜਾਂਦਾ ਹੈ। ਤੇ ਜਿਹੜਾ ਅਕਬਰ ਇੰਨਾ ਸਿਆਣਾ ਬਾਦਸ਼ਾਹ ਸੀ, ਉਹਨੂੰ ਮਜ਼ਾਕੀਆ ਪਾਤਰ ਦਿਖਾਇਆ ਜਾਂਦਾ ਹੈ। ਹੁਣ ਬੀਰਬਲ ਉਹ ਜਿਹੜਾ ਈਵਨ ਕਿ ਗੁਰਬਾਣੀ ਦੇ ਵਿਰੁੱਧ ਵੀ ਅਕਬਰ ਨੂੰ ਚੁੱਕਦਾ ਰਿਹਾ ਵੀ ਗੁਰਬਾਣੀ ਤਾਂ ਦੂਜੇ ਧਰਮਾਂ ਦੀ ਵਿਰੋਧੀ ਹੈ। ਹਾਲਾਂਕਿ ਇਹ ਸਪਸ਼ਟ ਹੋ ਗਿਆ ਵੀ ਗੁਰਬਾਣੀ ਤਾਂ ਸਰਬੱਤ ਦਾ ਭਲਾ ਮੰਗਦੀ ਹੈ, ਪਰ ਅਕਬਰ ਇੰਨਾ ਸਿਆਣਾ ਸੀ ਵੀ ਇਹਨਾਂ ਗੱਲਾਂ 'ਚ ਨਹੀਂ ਆਇਆ। ਇਹ ਤਾਂ ਅੱਜ ਹਰ ਕਿਸੇ ਨਾਲ ਹੋ ਰਿਹਾ ਹੈ ਵੀ ਜੇ ਤਾਂ ਕੋਈ ਸੱਚਾ ਹੈ ਉਹਨੂੰ ਅੱਤਵਾਦੀ ਦਿਖਾਇਆ ਜਾਂਦਾ ਹੈ, ਤੇ ਜੇ ਕੋਈ ਬੰਦਾ ਕਿਸੇ ਉਹਨਾਂ ਦੇ ਰਿਲੀਜਨ ਦੇ ਨਾਲ ਸੰਬੰਧ ਰੱਖਦਾ ਹੈ ਤੇ ਉਹ ਬੰਦੇ ਦਾ ਭਾਵੇਂ ਅੰਦਰੋਂ ਕਿੰਨਾ ਮਰਜ਼ੀ ਉਹ ਪਤਤ ਹੋਵੇ, ਜਿੰਨਾ ਮਰਜ਼ੀ ਉਹ ਅੰਦਰੋਂ ਅੱਤਵਾਦੀ ਹੋਵੇ, ਬਾਹਰੋਂ ਉਹਨੂੰ ਰੋਲ ਮਾਡਲ ਹੀ ਦਿਖਾਇਆ ਜਾਂਦਾ ਹੈ। ਤੇ ਕਾਰਨ ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡਿੱਠਾ। ਕਾਰਨ ਕੀ ਹੈ? ਰਾਜ ਕਲਯੁਗੀਆਂ ਦਾ ਹੈ। ਮੈਂ ਸਿੱਧਾ ਸ਼ਬਦ ਵਰਤਾਂ, ਕਲਯੁਗੀ ਰਾਜ ਕਰ ਰਹੇ ਨੇ, ਹੋਰ ਕੁਝ ਵੀ ਨਹੀਂ ਹੈ। ਬਸ ਇਹ ਦੂਰੀ ਨੀਤੀ ਕਿਉਂ ਹੋ ਜਾਂਦੀ ਹੈ ਵੀ ਸਿੱਖਾਂ ਲਈ ਹੋਰ ਤੇ ਉਹਨਾਂ ਲਈ ਹੋਰ ਕਿਉਂ ਹੋ ਜਾਂਦੀ ਹੈ? ਇਹ ਦੂਰੀ ਨੀਤੀ ਕਿਉਂ ਹੋ ਜਾਂਦੀ ਹੈ ਜੀ? ਇਹ ਅੱਜ ਤੱਕ ਤਾਂ ਮੈਂ ਸੋਚਦਾ ਹਰ ਸਿੱਖ ਸਵਾਲ ਕਰ ਰਿਹਾ, ਸ਼ੁਰੂ ਤੋਂ ਲੈ ਕੇ ਇਹੀ ਤਾਂ ਸਵਾਲ ਸਾਡਾ ਸਰਕਾਰਾਂ ਨੂੰ ਰਿਹਾ ਨਾ ਵੀ ਸਾਨੂੰ ਦੱਸੋ ਤਾਂ ਸਹੀ ਵੀ ਜਿਹੜੀ ਕੌਮ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਲਈ ਕਾਨੂੰਨ ਹੋਰ, ਤੇ ਜਿਨ੍ਹਾਂ ਲਈ ਸ਼ਹਾਦਤਾਂ ਦਿੱਤੀਆਂ ਬਸ ਕੀ ਕਾਰਨ ਹੈ ਵੀ ਉਹ ਮੈਜੋਰਿਟੀ ਆ ਤੇ ਉਹਨਾਂ ਦਾ ਰਾਜ ਹੈ ਅੱਜ ਤਖਤਾਂ ਤੇ, ਉਹਨਾਂ ਲਈ ਕਾਨੂੰਨ ਹੋਰ। ਇਹ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਇਹ ਸਵਾਲ ਤਾਂ ਮੇਰਾ ਵੀ ਸਰਕਾਰ ਨੂੰ ਆ ਜੀ। ਇਹ ਸਵਾਲ ਤਾਂ ਮੈਂ ਤਾਂ ਕਹਿੰਦਾ ਵੀ ਕੋਈ ਵੀ ਮੰਤਰੀ ਸ਼ੰਤਰੀ ਮਿਲੇ ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰਿਆ ਕਰੋ ਵੀ ਸਾਨੂੰ ਇਸ ਗੱਲ ਦਾ ਜਵਾਬ ਦਿਓ, ਸਰਕਾਰੀ ਦਰਬਾਰੇ ਸਾਡੇ ਸਵਾਲ ਜ਼ਰੂਰ ਪਹੁੰਚਾਓ, ਸਾਨੂੰ ਜਵਾਬ ਤਾਂ ਦਿਓ ਵੀ ਇਸ ਤਰ੍ਹਾਂ ਡੈਮੋਕ੍ਰੇਟਿਕ ਸਦਾਉਣ ਵਾਲੀ ਕੰਟਰੀ ਦੇ ਵਿੱਚ ਇਹ ਦੂਰੇ ਕਾਨੂੰਨ ਕਿਉਂ, ਇਹ ਵੀ ਰਿਲੀਜਨ ਵੇਖ ਕੇ ਕਿਉਂ ਨਿਆਂ ਕੀਤਾ ਜਾਂਦਾ? ਇਹ ਜਵਾਬ ਤਾਂ ਮੈਂ ਵੀ ਮੰਗਦਾ, ਇਹ ਸਰਕਾਰ ਦਰਬਾਰੇ ਵਾਲੇ ਜਵਾਬ ਦੇਣ। ਜੀ ਬਿਲਕੁਲ, ਜਿਵੇਂ ਕਿ ਵਿਕਾਸ ਦੁੰਬੇ ਨੇ ਹਥਿਆਰ ਚੱਕਿਆ ਸੀਗਾ ਤੇ ਕੁਝ ਲੋਕ ਰੌਲਾ ਪਾ ਰਹੇ ਨੇ ਕਿ ਉਹਨੇ ਹੱਤਿਆ ਕੀਤੀ ਸੀ, ਕਿਸੇ ਮੁਲਾਜ਼ਮਾਂ ਨੂੰ ਮਾਰ ਦੇਣਾ, ਉੱਥੋਂ ਦੇ ਪੁਲਿਸ ਦੇ ਮੁਲਾਜ਼ਮਾਂ ਨੂੰ ਮਾਰ ਦੇਣਾ ਨਾ, ਅਤਿਆਚਾਰ ਕਰਨਾ, ਕਿਸੇ ਦਾ ਅਣਮਿੱਥੀ ਮੌਤ ਕਿਸੇ ਦੀ ਮਾਰ ਦੇਣਾ, ਕੀ ਉਹ ਅੱਤਵਾਦੀ ਨਹੀਂਗਾ? ਕਿਸੇ ਵੀ ਕਮਿਊਨਿਟੀ ਦੇ ਵਿੱਚ ਇੱਕ ਬੰਦਾ ਅਜਿਹਾ ਕੁਝ ਕਰ ਦਿੰਦਾ, ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਨਾ ਜਾਂ ਕਿਸੇ ਬੰਦੇ ਨੂੰ ਅੱਤਵਾਦੀ ਕਹਿਣਾ, ਕਿ ਹਥਿਆਰ ਚੱਕਣ ਵਾਲਾ ਹਰੇਕ ਬੰਦਾ ਅੱਤਵਾਦੀ ਹੁੰਦਾ? ਨਹੀਂ, ਦੇਖੋ ਜੀ, ਹਥਿਆਰ ਕਿਸੇ ਨੇ ਚੱਕ ਲਏ ਇਹ ਚੀਜ਼ ਸਪਸ਼ਟ ਨਹੀਂ ਕਰਦੀ ਵੀ ਉਹ ਬੰਦਾ ਅੱਤਵਾਦੀ ਹੈ ਕਿ ਨਹੀਂ। ਮੈਂ ਅਕਸਰ ਇੱਕ ਉਦਾਹਰਨ ਦਿੰਦਾ ਹੁੰਦਾ ਹੈ, ਹਥਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਫੜਿਆ, ਹਥਿਆਰ ਔਰੰਗਜ਼ੇਬ ਨੇ ਵੀ ਫੜਿਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਥਿਆਰ ਪਕੜਿਆ ਜ਼ੁਲਮ ਨੂੰ ਰੋਕਣ ਵਾਸਤੇ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ, ਤੇ ਔਰੰਗਜ਼ੇਬ ਨੇ ਹਥਿਆਰ ਪਕੜਿਆ ਲੋਕਾਂ ਤੇ ਜ਼ੁਲਮ ਕਰਨ ਵਾਸਤੇ। ਲੋਕਾਂ ਤੇ ਜ਼ੁਲਮ ਕਰਨ ਲਈ ਕੋਈ ਹਥਿਆਰ ਪਕੜਦਾ ਹੈ ਉਹ ਅਸਲ ਵਿੱਚ ਅੱਤਵਾਦੀ ਹੈ। ਤੇ ਮੈਂ ਸਪਸ਼ਟ ਕਹਿ ਦੇਵਾਂ, ਉਹ ਕਿਸੇ ਸਰਕਾਰੀ ਵਰਦੀ 'ਚ ਵੀ ਹੋ ਸਕਦਾ, ਕਿਉਂਕਿ ਇਹ ਕਿਸੇ ਦੇਸ਼ ਦਾ ਕਾਨੂੰਨ ਨਹੀਂ ਤੈਅ ਕਰੇਗਾ ਵੀ ਅੱਤਵਾਦੀ ਕੌਣ ਆ। ਹੋ ਸਕਦਾ ਦੇਸ਼ ਦਾ ਕਾਨੂੰਨ ਤਾਂ ਸੱਤਵਾਦੀਆਂ ਨੂੰ ਵੀ ਅੱਤਵਾਦੀ ਦਿਖਾ ਦੇ, ਤੇ ਕਈ ਸੱਚੀ ਦੇ ਅੱਤਵਾਦੀ ਹੁੰਦੇ ਨੇ ਉਹਨਾਂ ਨੂੰ ਸੱਤਵਾਦੀ ਦਿਖਾ ਦੇ। ਇਹ ਤੈਅ ਤਾਂ ਪ੍ਰਮਾਤਮਾ ਨੇ ਕਰਨਾ, ਜਦੋਂ ਉਹਦੇ ਘਰ ਨਵੇੜੇ ਹੋਣੇ ਨਾ ਜੀ, ਉਦੋਂ ਪਤਾ ਲੱਗਣਾ ਵੀ ਅਸਲ ਦੇ ਵਿੱਚ ਅੱਤਵਾਦੀ ਕੌਣ ਸੀ। ਕੋਈ ਵੀ ਬੰਦਾ ਬੇਗੁਨਾਹਾਂ ਨੂੰ ਮਾਰ ਰਿਹਾ, ਉਹ ਭਾਵੇਂ ਕਿਸੇ ਵੀ ਵਰਦੀ ਵਿੱਚ ਹੋਵੇ, ਭਾਵੇਂ ਸਿਵਲ ਬੰਦਾ ਹੋਵੇ, ਭਾਵੇਂ ਸਰਕਾਰੀ ਬੰਦਾ ਹੋਵੇ, ਉਹ ਅਸਲ 'ਚ ਅੱਤਵਾਦੀ ਆ ਗੁਰਬਾਣੀ ਦੀ ਡੈਫੀਨੇਸ਼ਨ ਦੇ ਵਿੱਚ। ਤੇ ਜੇ ਕੋਈ ਹੱਕਾਂ ਦੇ ਤੇ ਲੋਕਾਂ ਨੂੰ ਬਚਾਉਣ ਲਈ ਲੜ ਰਿਹਾ, ਔਰ ਅਸਲ ਦੇ ਵਿੱਚ ਸਤਿਗੁਰੂ ਜੀ ਦਾ ਸਿਧਾਂਤ ਹੀ ਹੈ। ਗੁਰੂ ਅਰਜਨ ਸਾਹਿਬ ਜੀ ਦੇ ਕੋਲ ਨਾ ਇੱਕ ਯੋਧਾ ਸੂਰਮਾ, ਇੱਕ ਫੌਜੀ ਆਇਆ, ਹਥਿਆਰ ਪਕੜਦਾ ਸੀ। ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਡਾ ਕੰਮ ਸ਼ਸਤਰ ਪਕੜਨਾ, ਯੁੱਧ ਕਰਨਾ, ਸਾਡੇ ਪ੍ਰਥਾਏ ਕੀ ਉਪਦੇਸ਼? ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਸੀ ਵੀ ਹਥਿਆਰ ਫੜਨੇ ਮਾੜੀ ਗੱਲ ਨਹੀਂ। ਹੁਣ ਦੇਖੋ ਇੱਥੋਂ ਸਪਸ਼ਟ ਹੁੰਦਾ ਵੀ ਹਥਿਆਰ ਪਕੜਨ ਨਾਲ ਕੋਈ ਅੱਤਵਾਦੀ ਸਿੱਧ ਨਹੀਂ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਹਥਿਆਰ ਪਕੜਨਾ ਮਾੜੀ ਗੱਲ ਨਹੀਂ, ਪਰ ਇਹ ਧਿਆਨ ਰੱਖਿਓ ਵੀ ਤੁਹਾਡਾ ਹਥਿਆਰ ਕਿਸੇ ਬੇਗੁਨਾਹ ਤੇ ਨਾ ਉੱਠੇ। ਹਥਿਆਰ ਚੁੱਕਣਾ ਹੈ ਉਹਨਾਂ ਦੇ ਖਿਲਾਫ ਚੁੱਕੋ ਜਿਹੜੇ ਗਰੀਬਾਂ ਤੇ ਜ਼ੁਲਮ ਕਰਦੇ ਨੇ, ਤੇ ਕਿਸੇ ਬੇਗੁਨਾਹ ਤੇ ਹਥਿਆਰ ਚੁੱਕਣ ਲਈ ਤੁਹਾਨੂੰ ਸਰਕਾਰੀ ਵੀ ਹੁਕਮ ਹੋ ਜਾਵੇ ਭੁੱਲ ਕੇ ਵੀ ਨਹੀਂ ਚੁੱਕਣਾ। ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਕੀਤਾ, ਇਹ ਸਿੱਖਾਂ ਦੀ ਭਗਤਮਾਲਾ ਦੇ ਵਿੱਚ ਵੀ ਇਹ ਸਾਖੀ ਆਉਂਦੀ ਆ ਜੀ। ਹਥਿਆਰ ਪਕੜਨ ਵਾਲਾ ਅੱਤਵਾਦੀ ਨਹੀਂ, ਹਥਿਆਰ ਪਕੜ ਕੇ ਲੋਕਾਂ ਤੇ ਜ਼ੁਲਮ ਕਰਨ ਵਾਲਾ ਅੱਤਵਾਦੀ ਹੈ। ਤੇ ਜੇ ਕੋਈ ਜ਼ੁਲਮ ਨੂੰ ਰੋਕਣ ਲਈ ਹਥਿਆਰ ਚੁੱਕਦਾ ਹੈ ਉਹ ਅੱਤਵਾਦੀ ਨਹੀਂ ਹੋਇਆ, ਉਹਨੂੰ ਅਸੀਂ ਸੰਤ ਸਿਪਾਹੀ ਕਹਿੰਦੇ ਹਾਂ ਜੀ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਜੋ
ਜ਼ੁਲਮ ਨੂੰ ਰੋਕਦਾ ਉਹ ਸੰਤ ਸਿਪਾਹੀ ਹੁੰਦਾ ਤੇ ਜੋ ਅਤਿਆਚਾਰ ਕਰਦਾ ਉਹ ਅੱਤਵਾਦੀ ਹੁੰਦਾ ਹੈ। ਪਰ ਜੋ ਕੋਈ ਹਥਿਆਰ ਚੱਕਦਾ ਸਾਰੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕਰ ਦਿੱਤਾ ਜਾਂਦਾ ਹੈ ਕਿ ਉਹ ਸਾਰੀ ਕਮਿਊਨਿਟੀ ਦੇ ਉਹਦੇ 'ਤੇ ਧੱਬੇ ਲੱਗਣ ਜਾਂਦੇ। ਜੇ ਕੋਈ ਸਿੱਖਾਂ ਦਾ ਇੱਕ ਬੰਦਾ ਜਿਵੇਂ ਕੋਈ ਕਹਿ ਲਓ ਮੰਨ ਲਓ ਵੀ ਕਿਸੇ ਦਹਿਸ਼ਤਗਰਦ ਦਾ ਨਾਮ ਬਣ ਜਾਂਦਾ ਤੇ ਉਹ ਸਾਰੇ ਸਿੱਖਾਂ ਨੂੰ ਟਾਰਗੇਟ ਕਰ ਲਿਆ ਜਾਂਦਾ। ਜਿਵੇਂ ਹੁਣ ਵਿਕਾਸ ਦੁਬੇ ਆ, ਵਿਕਾਸ ਦੁਬੇ ਇੱਕ ਦਹਿਸ਼ਤਗਰਦ ਦਾ ਨਾਮ ਸੀਗਾ, ਉਹ ਜੇ ਉਹਨੇ ਕੋਈ ਗਲਤ ਕੰਮ ਕੀਤਾ ਤੇ ਹੁਣ ਕਈ ਬੰਦੇ ਉਹ ਸਾਰੀ ਕੌਮ ਨੂੰ ਟਾਰਗੇਟ ਕਰ ਰਹੇ ਨੇ। ਇਹ ਬਿਲਕੁਲ ਨਜਾਇਜ਼ ਆ ਜੀ। ਮੈਂ ਤਾਂ ਇਕੱਲੀ ਸਿੱਖ ਕੌਮ ਤੇ ਹੀ ਨਹੀਂ ਕਹਿੰਦਾ ਵੀ ਅੱਜ ਜੇ ਵਿਕਾਸ ਦੁਬੇ ਨੇ ਕੁਝ ਕੀਤਾ, ਮੈਂ ਤਾਂ ਸਿੱਖਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਵੀ ਭੁੱਲ ਕੇ ਵੀ ਹਿੰਦੂ ਕੌਮ ਪੂਰੀ ਨੂੰ ਟਾਰਗੇਟ ਨਾ ਕਰਿਓ, ਕਿਉਂਕਿ ਇੱਕ ਬੰਦਾ ਇਹ ਨਹੀਂ ਤੈਅ ਕਰਦਾ ਵੀ ਪੂਰੀ ਕੌਮ ਵੀ ਉਹੋ ਜਿਹੀ ਆ। ਗਲਤ ਬੰਦੇ ਕਿਸੇ ਵੀ ਕੌਮ 'ਚ ਹੋ ਸਕਦੇ ਆ, ਸਿੱਖਾਂ 'ਚ ਵੀ ਹੋ ਸਕਦੇ, ਹਿੰਦੂ ਵੀਰਾਂ 'ਚ ਵੀ ਹੋ ਸਕਦੇ, ਮੁਸਲਮਾਨਾਂ 'ਚ ਵੀ ਹੋ ਸਕਦੇ ਆ। ਇਹ ਪੂਰੀ ਖਲਕਤ ਇਹ ਗੱਲ ਸਮਝ ਲੈ ਵੀ ਇੱਕ ਬੰਦਾ ਗੁਨਾਹ ਕਰਦਾ ਹੈ, ਅਸਲ ਦੇ ਵਿੱਚ ਜਦੋਂ ਬੰਦਾ ਗੁਨੇਗਾਰ ਹੋ ਗਿਆ ਨਾ ਜੀ, ਉਹ ਧਰਮੀ ਰਹਿੰਦਾ ਹੀ ਨਹੀਂ ਫਿਰ। ਕਿਉਂਕਿ ਧਰਮ ਤਾਂ ਹਮੇਸ਼ਾ ਦੂਜਿਆਂ ਦਾ ਭਲਾ ਕਰਨਾ ਸਿਖਾਉਂਦਾ ਹੈ, ਧਰਮ ਤਾਂ ਸਾਂਝੀਵਾਲਤਾ ਸਿਖਾਉਂਦਾ ਹੈ, ਧਰਮ ਇੱਕ ਦੂਜੇ ਵਿੱਚ ਪ੍ਰੇਮ ਕਰਨਾ ਸਿਖਾਉਂਦਾ ਹੈ। ਤੇ ਜਿਹੜਾ ਬੰਦਾ ਜ਼ੁਲਮ ਦੇ ਰਸਤੇ 'ਚ ਆ ਗਿਆ, ਉਹ ਕਿਸੇ ਵੀ ਧੜੇ ਦੇ ਵਿੱਚ ਪੈਦਾ ਹੋਇਆ ਹੋਵੇ, ਉਹ ਧਰਮੀ ਰਹਿੰਦਾ ਹੀ ਨਹੀਂ। ਤੇ ਇਹ ਮੈਂ ਬੇਨਤੀ ਸਿੱਖਾਂ ਨੂੰ ਵੀ ਕਰਾਂਗਾ ਤੇ ਦੂਜੇ ਵੀ ਸਮਝ ਲੈਣ, ਕਿਉਂਕਿ ਅੱਜ ਤੱਕ ਤਾਂ ਇਸ ਤਰ੍ਹਾਂ ਹੀ ਹੁੰਦਾ ਰਿਹਾ ਵੀ ਮੀਡੀਆ ਨੇ ਐਸਾ ਬੜਾ ਰੋਲ ਪਲੇ ਕੀਤਾ ਹੈ ਜੀ। ਕਿਸੇ ਦਾ ਰਿਲੀਜਨ ਦੇਖ ਕੇ ਤੈਅ ਕਰਦੇ ਨੇ ਵੀ ਬੰਦਾ ਅੱਤਵਾਦੀ ਹੈ ਕਿ ਨਹੀਂ। ਮੈਂ ਕੁਝ ਘਟਨਾਵਾਂ ਦਾ ਜ਼ਿਕਰ ਕਰ ਦੇਵਾਂ, ਹੁਣ ਆਪਾਂ ਸਾਰੇ ਜਾਣਦੇ ਤੇ ਇਹ ਗੱਲ ਕਿਸੇ ਤੋਂ ਛਿਪੀ ਨਹੀਂ। ਪਿੱਛੇ ਜੇ ਕੁਝ ਸਿੰਘਾਂ ਨੇ ਕਿਸੇ ਪੁਲਿਸ ਵਾਲੇ ਦਾ ਗੁੱਟ ਵੱਢਤਾ ਜੀ। ਮੈਂ ਉਹਨਾਂ ਨੂੰ ਇਹ ਨਹੀਂ ਵੀ ਜਸਟੀਫਾਈ ਕਰ ਰਿਹਾ ਵੀ ਉਹਨਾਂ ਨੂੰ ਮੈਂ ਸਹੀ ਦਿਖਾ ਰਿਹਾ, ਇਹਦਾ ਜਿਹੜਾ ਫੈਸਲਾ ਹੈ ਇਹ ਭਾਵੇਂ ਕਾਨੂੰਨ ਕਰ ਲਵੇ, ਪਰ ਮੈਂ ਮੀਡੀਆ ਨੂੰ ਇਹ ਜ਼ਰੂਰ ਕਹਾਂਗਾ ਵੀ ਜੇ ਸਿੰਘ ਨੇ ਗੁੱਟ ਵੱਢਿਆ ਤਾਂ ਪੂਰੀ ਕੌਮ ਨੂੰ ਤੁਸੀਂ ਜ਼ਲੀਲ ਕੀਤਾ, ਪੂਰੀ ਕੌਮ ਨੂੰ ਚੱਲਣਾ ਤੇ ਅੱਗੇ ਲੈ ਕੇ ਆ ਗਏ। ਤੇ ਜੇ ਵਿਕਾਸ ਦੁਬੇ ਵਰਗੇ ਅਪਰਾਧ ਕਰਦੇ ਨੇ ਤੇ ਉਹ ਇਕੱਲਾ ਅਪਰਾਧੀ, ਮੈਂ ਨਹੀਂ ਕਹਿੰਦਾ ਵੀ ਪੂਰੀ ਕੌਮ ਨੂੰ ਤੁਸੀਂ ਅਪਰਾਧੀ ਕਹੋ, ਮੈਂ ਵੀ ਨਹੀਂ ਕਹਿ ਰਿਹਾ। ਮੈਂ ਇਹ ਕਹਿਣਾ ਚਾਹ ਰਿਹਾ ਹਾਂ ਵੀ ਉਹੀ ਜੇ ਸਿੱਖ ਵੀ ਕੌਮ ਦੇ ਵਿੱਚ ਹੋਵੇ। ਜਦੋਂ ਪਟਿਆਲੇ ਵਾਲੀ ਘਟਨਾ ਵਾਪਰੀ ਤੇ ਸਾਰੇ ਨਿਹੰਗਾਂ ਸਿੰਘਾਂ ਨੂੰ ਬਦਨਾਮ ਕਰਨ ਦੀ ਵੀ ਨਿਹੰਗ ਹੁੰਦੇ ਹੀ ਇੱਦਾਂ ਦੇ ਨੇ, ਭੰਗ ਪੀਣੇ ਹੁੰਦੇ ਨੇ, ਬੜੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ। ਤੇ ਪਰ ਇੱਦਾਂ ਕਿਸੇ ਨੂੰ ਵੀ ਕਰਨਾ ਚਾਹੀਦਾ। ਜਿਹੜੇ ਚੈਨਲ ਚੱਲਦੇ ਨੇ ਉਹ ਮਿੰਟਾਂ ਦੇ ਵਿੱਚ ਦਰਜਾ ਦੇ ਦਿੰਦੇ ਨੇ ਕਿ ਸਿੱਖਾਂ ਦੀ ਜੇ ਖਾਨਾਂ ਦੀ ਗੱਲ ਆਉਂਦੀ ਤੇ ਮਿੰਟ ਦੇ ਵਿੱਚ ਉਹ ਅੱਤਵਾਦੀ ਜਿਹੜੇ ਸ਼ਬਦ ਲਾ ਕੇ, ਪਤਾ ਨਹੀਂ ਉਹ ਸਰਕਾਰਾਂ ਤੋਂ ਕੀ ਉਹਨਾਂ ਨੂੰ ਪ੍ਰਮੋਸ਼ਨ ਮਿਲਦੀ ਹੈ ਜਾਂ ਕੀ ਵਾਹ ਕੱਟਣੀ ਚਾਹੁੰਦੇ, ਜਾਂ ਉਹ ਲੀਡਰਾਂ ਦੇ ਨੇੜੇ ਹੋਣਾ ਚਾਹੁੰਦੇ ਨੇ। ਜਿਹੜੇ ਫਿਰਕਾ ਪ੍ਰਸਤ ਕੁਝ ਲੀਡਰ ਹੈਗੇ ਨੇ ਜਿਹੜੇ ਸਾਡੇ ਦੂਰੀ ਨੀਤੀ ਰੱਖਦੇ ਨੇ, ਜੇਕਰ ਗੱਲ ਕਰੀਏ ਸਿੰਘ ਜਾਂ ਖਾਨ ਦੇ ਨਾਲ, ਜਿਹੜੇ ਕਹਿੰਦੇ ਨੇ ਹੁਣ ਆਪਾਂ ਵੇਖਿਆ ਲੋਕਡਾਊਨ ਦੇ ਵਿੱਚ ਵੀ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਉਹਨਾਂ ਦੇ ਆਧਾਰ ਕਾਰਡ ਵੇਖੇ ਜਾਂਦੇ ਸੀਗੇ। ਆਪਾਂ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮਦੀ ਵੇਖਦੇ ਹਾਂ, ਕੁਝ ਲੀਡਰਾਂ ਨੇ ਰਾਸ਼ਨ ਵੰਡਿਆ ਤੇ ਉਹਨਾਂ ਦੇ ਆਧਾਰ ਕਾਰਡ ਵੇਖੇ ਜਾਂਦੇ ਸੀਗੇ। ਇੱਕ ਬੁਰਕੇ ਵਾਲੀ ਬੀਬੀ ਆਉਂਦੀ ਆ, ਬੁਰਕੇ ਤੋਂ ਕਲੀਅਰ ਹੁੰਦਾ ਹੈ ਕਿ ਉਹ ਮੁਸਲਮਾਨ ਪਰਿਵਾਰ ਨਾਲ ਹੋਵੇਗੀ, ਉਸ ਨੂੰ ਰਾਸ਼ਨ ਤੋਂ ਮੋੜ ਦਿੱਤਾ ਜਾਂਦਾ। ਪਰ ਅਜਿਹਾ ਕੁਝ ਕਿਉਂ ਹੁੰਦਾ ਹੈ? ਸਾਰਾ ਕੁਝ ਵਿਤਕਰਾ ਕਿਉਂ ਕਰ ਦਿੱਤਾ ਜਾਂਦਾ? ਮੈਂ ਸਮਝਦਾ ਵੀ ਇਹ ਗੰਦੀ ਰਾਜਨੀਤੀ ਆ ਜੀ। ਮੀਡੀਆ ਰਾਜਨੀਤੀ ਦੇ ਅਧੀਨ ਆ। ਮੀਡੀਆ ਸਾਡਾ ਪਹਿਲੀ ਗੱਲ ਆਜ਼ਾਦ ਹੀ ਨਹੀਂ ਆ। ਕੋਈ ਸੱਚ ਦੀ ਗੱਲ ਕਰੇ ਤੇ ਉਹ ਚੈਨਲ ਬੈਨ ਕਰ ਦਿੱਤੇ ਜਾਂਦੇ ਆ। ਤੇ ਚੈਨਲ ਚੱਲਦੇ ਹੀ ਤਾਂ ਇਹ ਜੇ ਵਕਤ ਦੀਆਂ ਸਰਕਾਰਾਂ ਦੇ ਥੱਲੇ ਲੱਗ ਕੇ ਚੱਲਣਗੇ। ਤੇ ਇਹੀ ਤਾਂ ਕਾਰਨ ਆ ਵੀ ਜਿਨ੍ਹਾਂ ਦੀ ਸਰਕਾਰ ਹੋਵੇ ਫਿਰ ਉਹਨਾਂ ਦੀ ਬੋਲੀ ਜਾਂਦੀ ਆ, ਉਹਨਾਂ ਦੇ ਮੁਤਾਬਕ ਬਿਆਨ ਦਿੱਤੇ ਜਾਂਦੇ ਆ, ਉਹਨਾਂ ਦੇ ਮੁਤਾਬਕ ਫਿਰ ਤੈਅ ਕੀਤਾ ਜਾਂਦਾ ਵੀ ਕੌਣ ਅਪਰਾਧੀ ਤੇ ਕੌਣ ਸੱਚਾ। ਉਹਨਾਂ ਦੀ ਸਰਕਾਰ ਦਾ ਬੰਦਾ ਹੋਵੇ ਕੋਈ, ਉਸ ਸਰਕਾਰ ਦੇ ਵਿੱਚੋਂ ਕੋਈ ਬੰਦਾ ਹੋਵੇ, ਉਹ ਜਿੰਨੇ ਮਰਜ਼ੀ ਗੁਨਾਹ ਕਰ ਲਵੇ, ਉਹਦਾ ਇੰਨਾ ਕੋਈ ਨਸ਼ਰ ਨਹੀਂ ਕੀਤਾ ਜਾਵੇਗਾ। ਤੇ ਜੇ ਕੋਈ ਵਿਰੋਧੀ ਧਿਰ ਦਾ ਹੋਵੇ ਜਾਂ ਕਿਸੇ ਦੂਜੀ ਕੌਮ ਦਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਸ਼ੋਅ ਕਰ ਦਿੱਤਾ ਜਾਵੇਗਾ ਵੀ ਜਿਵੇਂ ਇਹਦੇ ਤੋਂ ਮਾੜਾ ਬੰਦਾ ਹੀ ਕੋਈ ਨਹੀਂ। ਕਾਰਨ ਕੀ ਆ? ਮੀਡੀਆ ਗੁਲਾਮ ਹੈ ਸਾਡਾ। ਮੈਂ ਸਪਸ਼ਟ ਕਹਿ ਦਿੰਦਾ ਜੀ, ਭਾਵੇਂ ਡੈਮੋਕ੍ਰੇਸੀ ਆ ਗਈ ਆ, 15 ਅਗਸਤ ਨੂੰ ਆਜ਼ਾਦੀ ਮਨਾ ਲੈਂਦੇ ਆ, ਪਰ ਅਸਲ ਦੇ ਵਿੱਚ ਸਹੀ ਜੇ ਡੈਫੀਨੇਸ਼ਨ ਦੇਖੀਏ ਨਾ ਜੀ, ਆਜ਼ਾਦੀ ਪੂਰਨ ਤੌਰ 'ਤੇ ਆਈ ਨਹੀਂ ਹਜੇ। ਕਿਉਂਕਿ ਜਿਸ ਦੇਸ਼ ਦਾ ਮੀਡੀਆ ਗੁਲਾਮ ਹੋਵੇ ਤੇ ਉਹ ਦਿਲੋਂ ਕੱਢ ਦੇ ਵੀ ਉਹ ਪੂਰੀ ਤਰ੍ਹਾਂ ਆਜ਼ਾਦ ਹੈ। ਜਿੱਥੇ ਆਪਦੇ ਹੱਕਾਂ ਨੂੰ ਕੋਈ ਗੱਲ ਕਰੇ ਉਹਨੂੰ ਅੱਤਵਾਦੀ ਦੱਸ ਦਿੱਤਾ ਜਾਵੇ, ਦਿਲੋਂ ਕੱਢ ਦੋ ਹਜੇ ਆਜ਼ਾਦ ਹਾਂ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਆਜ਼ਾਦੀ ਦਿੱਤੀ ਜਾਵੇ। ਪੂਰਾ ਦੇਸ਼, ਮੈਂ ਇਕੱਲਾ ਸਿੱਖਾਂ ਦੀ ਗੱਲ ਨਹੀਂ ਕਰਦਾ, ਪੂਰਾ ਦੇਸ਼ ਆਜ਼ਾਦ ਹੋਵੇ, ਦਲਿਤ ਆਜ਼ਾਦ ਹੋਣ, ਉਹਨਾਂ 'ਤੇ ਤਸ਼ੱਦਦ ਨਾ ਕੀਤੇ ਜਾਣ, ਕਿਸੇ ਦੂਜੇ ਧਰਮ ਵਾਲੇ ਉਹਨਾਂ 'ਤੇ ਜ਼ੁਲਮ ਨਾ ਕੀਤੇ ਜਾਣ। ਤੋ ਸਭ ਤੋਂ ਵੱਡਾ ਮੈਂ ਸੋਚਦਾ ਵੀ ਰੋਲ ਜਿਹੜਾ ਨਾ ਮੀਡੀਆ ਪਲੇ ਕਰਦਾ ਹੈ। ਮੀਡੀਆ ਨੇ ਲੋਕਾਂ ਦੇ ਹੱਕਾਂ ਨੂੰ ਅੱਗੇ ਲੈ ਕੇ ਆਉਣਾ ਹੈ, ਪਰ ਮੀਡੀਆ ਹੀ ਸਰਕਾਰੀ ਜ਼ਬਾਨ ਬੋਲਣ ਲੱਗ ਪਵੇ ਤੇ ਫਿਰ ਉਦੋਂ ਹੱਕ ਜ਼ਰੂਰ ਦੱਬੇ ਜਾਂਦੇ ਹੁੰਦੇ ਨੇ ਜੀ। ਜੀ ਬਿਲਕੁਲ। ਤੁਹਾਨੂੰ ਕੀ ਲੱਗਦਾ ਹੈ ਵੀ ਇਹਨਾਂ ਲੋਕਾਂ ਨੂੰ ਪੈਦਾ ਕੌਣ ਕਰਦਾ? ਜਿਵੇਂ ਵਿਕਾਸ ਦੁਬੇ ਪੈਦਾ ਹੋਇਆ, ਉਹਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਉੱਥੋਂ ਦੀਆਂ,
ਪਰ ਉਹ ਜਿਹੜੀ ਉਹਨੇ ਅਪਰਾਧਿਕ ਕਿਸ ਦੇ ਮਾਮਲੇ ਜਿਹੜੇ ਉਹਦੇ ਦਰਜ ਵੀ ਹੁੰਦੇ ਰਹੇ, ਅਪਰਾਧ ਕਰਨ ਨੇ ਵੀ ਨਹੀਂ ਛੱਡੇ ਉਹਨੇ। ਚਾਹੇ ਕੋਈ ਪੁਲਿਸ ਵਾਲਾ ਉਹਦੇ ਅੱਗੇ ਆਇਆ ਉਹਦਾ ਉਹਨੇ ਕਤਲ ਕੀਤਾ, ਚਾਹੇ ਕੋਈ ਮੰਤਰੀ ਆਇਆ ਉਹਦਾ ਉਹਨੇ ਕਤਲ ਕੀਤਾ। ਅਤੇ ਜਿਹੜੇ ਨਿੱਕੇ ਮੋਟੇ ਜਿਹੜੇ ਅਪਰਾਧ ਹੋਣਗੇ ਉਹ ਤਾਂ ਹੋ ਸਕਦਾ ਜਿਹੜੇ ਸਾਡੇ ਧਿਆਨ ਦੇ ਵਿੱਚ ਨਾ ਹੀ ਆਏ, ਉਹਦੇ 'ਤੇ ਨਾ ਹੀ ਅਖਬਾਰਾਂ ਨੇ ਖਬਰਾਂ ਦਿੱਤੀਆਂ, ਉਹਦੇ ਨਾ ਹੀ ਮੀਡੀਆ ਨੇ ਖਬਰਾਂ ਦਿੱਤੀਆਂ ਹੋਣ ਜਿਹੜੀਆਂ ਸਾਡੀ ਨੌਲੇਜ ਦੇ ਵਿੱਚ ਆ ਸਕਣ। ਪਰ ਇਹਨਾਂ ਨੂੰ ਪੈਦਾ ਕੌਣ ਕਰਦਾ ਹੈ? ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਗੈਂਗਸਟਰ ਪੈਦਾ ਹੋਏ ਸਨ। ਆਪਾਂ ਆਪਣੇ ਤੁਸੀਂ ਫਾਜ਼ਿਲਕਾ ਜ਼ਿਲ੍ਹੇ 'ਚ ਬੈਠੇ ਹੋ, ਵਿੱਕੀ ਦੂਜਾ ਇੱਥੋਂ ਦਾ ਸੀਗਾ ਰੌਕੀ, ਜਿਹੜਾ MLA ਦਾ ਇਲੈਕਸ਼ਨ ਵੀ ਲੜਿਆ, ਉਸ ਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ। ਵਿੱਕੀ ਗੌਂਡਰ ਹੈਗਾ ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ, ਸ਼ੇਰਾ ਖੁੱਬਣ ਸੀ, ਕਈ ਤਰ੍ਹਾਂ ਦੇ ਇਨਕਾਊਂਟਰ ਹੋ ਜਾਂਦੇ ਨੇ। ਇਹਨਾਂ ਨੂੰ ਪੈਦਾ ਕੌਣ ਕਰਦਾ ਫਿਰ? ਵੈਸੇ ਤਾਂ ਜੀ ਇਹਦੇ ਨਾਲ ਜਵਾਬ ਦੋ ਢੰਗ ਨਾਲ ਦਿੱਤੇ ਜਾ ਸਕਦੇ। ਜੇ ਅਧਿਆਤਮਕ ਤੌਰ 'ਤੇ ਦੇਖੀਏ ਨਾ ਜੀ, ਸਪਿਰਚੁਅਲਿਟੀ ਡੂੰਘਾਈ ਦੇ ਤਲ 'ਤੇ ਹਰ ਬੰਦੇ ਦੇ ਅੰਦਰ ਚੰਗਿਆਈ ਵੀ ਹੁੰਦੀ ਆ, ਬੁਰਿਆਈ ਵੀ ਹੁੰਦੀ ਆ। ਅਤੇ ਜਿਹਦੇ ਅੰਦਰ ਬੁਰਿਆਈ ਜ਼ਿਆਦਾ ਭਾਰੀ ਹੋ ਜਾਵੇ ਫਿਰ ਉਹਦੇ ਅੰਦਰੋਂ ਅਪਰਾਧੀ ਜਨਮ ਲੈਂਦਾ ਹੈ, ਅਤੇ ਜਿਹਦੇ ਅੰਦਰ ਚੰਗਿਆਈ ਭਾਰੀ ਹੋ ਜਾਵੇ ਉਹਦੇ ਅੰਦਰੋਂ ਸੰਤ ਜਨਮ ਲੈਂਦਾ ਹੈ। ਪਰ ਆਮ ਤੌਰ 'ਤੇ ਮੈਂ ਹਰ ਕਿਸੇ 'ਤੇ ਢੁਕਾਵਾਂਗਾ ਨਹੀਂ, ਪਰ ਆਮ ਤੌਰ 'ਤੇ ਇਹ ਵੀ ਦੇਖਣ ਨੂੰ ਮਿਲਿਆ ਵੀ ਸਰਕਾਰਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ। ਕਿਸੇ ਨੇ ਵੀ ਆਪਣੀ ਹਕੂਮਤ ਦੇ ਵਿੱਚ ਆਉਣਾ, ਰਾਜ ਦੇ ਵਿੱਚ ਆਉਣਾ ਨਾ ਜੀ, ਇਹੋ ਜਿਹੇ ਅਪਰਾਧੀਆਂ ਨੂੰ ਵਰਤ ਕੇ ਫਿਰ ਵੋਟਾਂ ਜ਼ਬਰਦਸਤੀ ਖਿੱਚੀਆਂ ਜਾਂਦੀਆਂ ਨੇ। ਇਹੋ ਜਿਹੇ ਅਪਰਾਧੀਆਂ ਨੂੰ ਵਰਤ ਕੇ ਫਿਰ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾਂਦੇ ਨੇ। ਅਪਰਾਧੀਆਂ ਨੂੰ ਵਰਤ ਕੇ ਜਿਹੜੇ ਸਰਕਾਰਾਂ ਸਿੱਧੇ ਤੌਰ 'ਤੇ ਕੰਮ ਨਹੀਂ ਕਰ ਸਕਦੀਆਂ ਨਾ ਜੀ, ਅਸਿੱਧੇ ਤੌਰ 'ਤੇ ਲੁਕ ਛਿਪ ਕੇ ਇਹਨਾਂ ਅਪਰਾਧੀਆਂ ਨੂੰ ਅੱਗੇ ਕਰਕੇ ਕੰਮ ਕਰਾਏ ਜਾਂਦੇ ਨੇ। ਇਹ ਨਾ ਸੋਚੇ ਵੀ ਕਈ ਵਾਰੀ ਉਹ ਅਪਰਾਧੀ ਕੁਝ ਚਾਹੁੰਦੇ ਹੁੰਦੇ, ਪਿੱਛੇ ਉਹ ਮਨਸਾ ਸਰਕਾਰਾਂ ਦੀ ਹੁੰਦੀ ਆ, ਉਹ ਚਾਹਤ ਸਰਕਾਰਾਂ ਦੀ ਹੁੰਦੀ ਆ, ਪਰ ਫੇਸ ਇਹੋ ਜਿਹੇ ਲੋਕਾਂ ਨੂੰ ਬਣਾ ਦਿੱਤਾ ਜਾਂਦਾ ਹੈ। ਮੈਂ ਹਰ ਕੇਸ 'ਤੇ ਨਹੀਂ ਟਿਕਾਉਂਦਾ, ਪਰ ਬਹੁਤੀ ਵਾਰ ਇਸ ਤਰ੍ਹਾਂ ਹੁੰਦਾ। ਪਿੱਛੇ ਸਰਸੇ ਵਾਲੇ ਦੀ ਗੱਲ ਚੱਲੀ, ਸਰਕਾਰ ਨੇ ਆਪ ਹੀ ਖੜਾ ਕੀਤਾ। ਅਤੇ ਮੈਂ ਅਕਸਰ ਕਹਿਣਾ ਹੁੰਦਾ ਹੈ, ਜਦੋਂ ਵੀ ਮੈਂ ਕੇਵਲ ਜਦੋਂ ਵੀ ਇੱਕ ਫਿਰਕੇ ਦੀ ਗੱਲ ਨਹੀਂ ਕਰਦਾ, ਕੋਈ ਵੀ ਸੱਚ ਦੀ ਗੱਲ ਕਰਨ ਵਾਲੀ ਕੌਮ ਉੱਠੇਗੀ ਨਾ, ਅਤੇ ਝੂਠ ਦੇ ਤਲ 'ਤੇ ਰਾਜ ਕਰਨ ਵਾਲੇ ਨਾ ਜੀ, ਉਹਦੇ ਵਿੱਚੋਂ ਹੀ ਸ਼ਰੀਕ ਖੜੇ ਕਰਕੇ ਉਹਦੇ ਬਰਾਬਰ ਬਿਠਾ ਦੇਣਗੇ ਅਤੇ ਆਪ ਖੜੇ ਕੀਤੇ ਜਾਂਦੇ ਨੇ। ਪੁਰਾਣੇ ਸਮੇਂ ਪ੍ਰਿਥੀ ਚੰਦ ਨੂੰ ਕੀਤਾ ਗਿਆ। ਹੁਣ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਘਰੋਂ ਸੱਚ ਦੀ ਆਵਾਜ਼ ਨਿਕਲੀ, ਪ੍ਰਿਥੀ ਚੰਦ ਨੂੰ ਸ਼ਰੀਕ ਬਣਾ ਕੇ ਖੜਾ ਕਰ ਦਿੱਤਾ ਗਿਆ, ਅਤੇ ਉਹਦੇ ਨਾਲ ਕਈ ਗੁੰਡੇ ਵੀ ਖੜੇ ਕੀਤੇ ਗਏ। ਹੁਣ ਤੁਸੀਂ ਦੇਖੋ, ਗੁਰੂ ਅਮਰਦਾਸ ਜੀ ਦੇ ਸਮੇਂ ਕਈ ਗੁੰਡੇ ਹੁੰਦੇ ਸੀ, ਸਰਕਾਰਾਂ ਦੀ ਸ਼ਹਿ 'ਤੇ ਸਿੱਖ ਖੂਹ 'ਤੇ ਪਾਣੀ ਭਰਨ ਜਾਂਦੇ ਨਾ ਜੀ, ਉਹਨਾਂ 'ਤੇ ਹਮਲੇ ਕਰ ਦਿੱਤੇ ਜਾਂਦੇ ਸੀ ਗੁੰਡੇ। ਸਰਕਾਰਾਂ ਦੀ ਸ਼ਹਿ 'ਤੇ ਗੁੰਡੇ ਪੈਦਾ ਕੀਤੇ ਜਾਂਦੇ। ਤੋ ਇਹ ਕਿਸੇ ਵੀ ਰਾਜ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਬਹੁਤੀ ਵਾਰ ਰੋਲ ਸਰਕਾਰਾਂ ਦਾ ਹੁੰਦਾ ਹੈ, ਫੇਸ ਇਹਨਾਂ ਅਪਰਾਧੀਆਂ ਨੂੰ ਬਣਾ ਦਿੱਤਾ ਜਾਂਦਾ ਹੈ। ਸਰਸੇ ਵਾਲੇ ਵਰਗੇ ਸ਼ੁਰੂ ਇਹਨਾਂ ਨੇ ਜਿਹੜੀ ਸ਼ਹਿ ਮਿਲੀ ਸਰਕਾਰਾਂ ਦੇ, ਅਤੇ ਜਦੋਂ ਕੰਮ ਖਤਮ ਹੋ ਗਿਆ ਜਾਂ ਲੱਗਿਆ ਵੀ ਸਾਡੇ ਦਾਇਰੇ ਤੋਂ ਬਾਹਰ ਹੋ ਰਿਹਾ, ਫਿਰ ਸਰਕਾਰਾਂ ਆਪ ਹੀ ਖਤਮ ਕਰ ਦਿੰਦੀਆਂ। ਤੋ ਇਹ ਬਿਲਕੁਲ, ਜਦੋਂ ਗੱਲ ਕੀਤੀ ਕਿ ਸਰਕਾਰਾਂ ਆਪ ਹੀ ਪੈਦਾ ਕਰਦੀਆਂ ਅਤੇ ਆਪ ਹੀ ਖਤਮ ਕਰਦੀਆਂ। ਜਦੋਂ ਵਿੱਕੀ ਗੌਂਡਰ ਦਾ ਜਿਹੜਾ ਕਤਲ ਹੋਇਆ ਸੀਗਾ, ਇੱਧਰ ਫਾਜ਼ਿਲਕਾ ਜ਼ਿਲ੍ਹੇ ਦੇ ਬੋਹਰ ਏਰੀਏ ਦੇ ਵਿੱਚ ਹੋਇਆ ਸੀਗਾ, ਪਰ ਜਦੋਂ ਕਹਿੰਦੇ ਸੀ ਉਹਦੀਆਂ ਜਿਹੜੀਆਂ ਤਸਵੀਰਾਂ ਸੀ ਗੋਲ ਦਮਾਲੇ ਵਾਲੀਆਂ ਪੇਸ਼ ਕਰਕੇ ਕਹਿੰਦੇ ਸੀ ਇਹ ਖਾਲਿਸਤਾਨੀਆਂ ਦੇ ਨਾਲ ਰਲ ਚੁੱਕਿਆ ਸੀ, ਇਹ ਖਾਲਿਸਤਾਨ ਬਣਾਉਣ ਲਈ ਵੱਡੇ ਵੱਡੇ ਮਿਸ਼ਨ ਪੈਦਾ ਕਰ ਰਿਹਾ ਸੀਗਾ। ਉਹਨੂੰ ਬੜੇ ਅਜੀਬ ਜਿਹੇ ਤਰੀਕੇ ਨਾਲ ਜਿਹੜਾ ਉਹਦਾ ਅਪਰਾਧਿਕ ਕਿਸਮ ਦਾ ਜੀਵਨ ਸੀ ਉਹ ਛੱਡ ਕੇ ਉਸ ਤੋਂ ਬਾਅਦ ਉਹਨੂੰ ਇੱਕ ਕਮਿਊਨਿਟੀ ਦੇ ਨਾਲ ਜੋੜ ਕੇ ਉਹਨੂੰ ਟਾਰਗੇਟ ਕੀਤਾ ਗਿਆ ਸੀ। ਇਹ ਤਾਂ ਦੇਖੋ ਇਕੱਲੇ ਇਸ ਪੱਖ ਤੋਂ ਹੀ ਨਹੀਂ, ਤੁਸੀਂ ਦੋਨੋਂ ਪੱਖ ਦੇਖੋ। ਜੇ ਕੋਈ ਸਿੱਖ ਦਾੜਿਆਂ ਵਾਲਾ ਫੌਜੀ ਵਰਦੀ ਪਾ ਕੇ ਵਿਰੋਧੀ ਦੇਸ਼ ਨਾਲ ਲੜੇ, ਇਸ ਦੇਸ਼ ਦੀ ਜ਼ਮੀਨ ਨੂੰ ਬਚਾਏ, ਉੱਥੇ ਬਹੁਤ ਘੱਟ ਜ਼ਿਕਰ ਹੁੰਦਾ ਵੀ ਇਹ ਸਿੱਖ ਰੈਜੀਮੈਂਟ ਜਾਂ ਸਿੱਖ ਆ, ਉੱਥੇ ਉਹਨੂੰ ਰਾਸ਼ਟਰਵਾਦੀ ਦਿਖਾਇਆ ਜਾਂਦਾ ਹੈ। ਅਤੇ ਜੇ ਕੋਈ ਅਪਰਾਧੀ ਸਿੱਖ ਕੌਮ ਦੇ ਵਿੱਚ ਜਨਮ ਲੈ ਕੇ ਅਪਰਾਧ ਕਰ ਦਿੱਤਾ ਜਾਂਦਾ, ਜ਼ਬਰਦਸਤੀ ਉਹਦਾ ਰੂਪ ਖਾਲਸਾ ਹੀ ਦਿੱਤਾ ਜਾਂਦਾ। ਇਹ ਬਿਲਕੁਲ ਨਜਾਇਜ਼ ਗੱਲਾਂ ਹੈ। ਜਿੱਥੇ ਵੀ ਚੰਗਿਆਈ ਹੋਵੇਗੀ ਨਾ ਜੀ, ਸਿੱਖ ਦੇ ਅੰਦਰ ਗੁਰੂ ਵਰਤਦਾ ਤਾਂ ਚੰਗਾ ਕਰਦਾ ਹੈ, ਅਤੇ ਜਿਹੜਾ ਗੁਰੂ ਤੋਂ ਪਾਸੇ ਹੋ ਗਿਆ ਨਾ ਜੀ, ਉਹੀ ਅਪਰਾਧ ਕਰਦਾ ਹੈ, ਉਹੀ ਅਪਰਾਧ ਕਰ ਸਕਦਾ, ਉਹ ਫਿਰ ਸਿੱਖ ਨਹੀਂ ਰਹਿੰਦਾ। ਅਤੇ ਸਾਨੂੰ, ਮੈਂ ਇਕੱਲੀ ਇੱਕ ਕੌਮ ਨਾਲ ਨਹੀਂ, ਮੈਂ ਹਰ ਕਿਸੇ ਨੂੰ ਕਹਿਣਾ ਹੈ ਵੀ ਜਦੋਂ ਵੀ ਕਿਸੇ ਦੇ ਨਾਲ ਅਪਰਾਧੀ ਸ਼ਬਦ ਜੋੜਨਾ ਹੈ ਨਾ ਜੀ, ਪੂਰੀ ਕੌਮ ਨੂੰ ਦਾਇਰੇ 'ਚ ਨਾ ਲਿਆ ਕਰੋ। ਉਹ ਭਾਵੇਂ ਸਿੱਖ ਹੋਵੇ, ਮੁਸਲਮਾਨ ਹੋਵੇ, ਅਤੇ ਭਾਵੇਂ ਹਿੰਦੂ ਹੋਵੇ। ਜਾਇਜ਼ ਗੱਲ ਤਾਂ ਇਹੀ ਹੈ ਜੀ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਕੁਝ ਲੋਕਾਂ ਨੂੰ ਮਜਬੂਰੀ ਦੇ ਤੌਰ 'ਤੇ ਵੀ ਹਥਿਆਰ ਚੱਕਣੇ ਪੈਂਦੇ ਨੇ, ਕੁਝ ਆਪਦੇ ਅੰਗ ਰੱਖਿਅਕ ਲਈ ਵੀ ਹਥਿਆਰ ਚੱਕਣੇ ਪੈਂਦੇ, ਫੌਜੀ ਵੀ ਹਥਿਆਰ ਚੱਕਦੇ ਨੇ, ਉਹ ਸ਼ਾਂਤੀ ਫੈਲਾਉਂਦੇ ਨੇ, ਕੁਝ ਅਸ਼ਾਂਤੀ ਫੈਲਾਉਂਦੇ ਨੇ। ਬੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਕੁਝ ਕੌਮ ਦੇ ਆਗੂ ਬਣ ਬੈਠੇ ਅੱਜ ਕਹਿੰਦੇ ਨੇ ਕਿ ਸਾਨੂੰ ਕਾਨੂੰਨ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਚਾਹੀਦਾ, ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ। ਪਰ ਜੇਕਰ ਕਿਸੇ ਨੂੰ ਹੱਕ ਨਹੀਂ ਮਿਲਦਾ ਤਾਂ ਉਹ ਕੀ ਕਰੇ ਫਿਰ? ਦੇਖੋ, ਮੈਂ ਇਹਦੇ ਨਾਲ ਇਹੀ ਜਵਾਬ ਦੇਵਾਂਗਾ। ਵੈਸੇ ਤੁਹਾਡੇ ਸਵਾਲ ਤੋਂ ਨਾ ਮੈਨੂੰ ਇੱਕ ਗੱਲ ਵੀ ਯਾਦ ਆ ਗਈ ਆ, ਮੇਰੇ ਖਿਆਲ ਮਹੀਨਾ ਕੁ ਪਹਿਲਾਂ ਦੀ ਗੱਲ ਆ। ਜਿਹੜੇ ਪ੍ਰਚਾਰਕ ਵਾਰ-ਵਾਰ ਇਸ ਚੀਜ਼ 'ਤੇ ਜ਼ੋਰ ਦੇ ਰਹੇ ਆ ਨਾ ਵੀ ਡੈਮੋਕ੍ਰੇਸੀ ਦੀ ਮਦਦ ਲਓ, ਸਿੱਖਾਂ ਨੂੰ ਆਹ ਨਹੀਂ ਕਰਨਾ ਚਾਹੀਦਾ, ਮੈਂ ਉਹਨਾਂ ਨੂੰ ਫ਼ੋਨ ਕੀਤਾ ਜੀ। ਹਾਲਾਂਕਿ ਉਹਨਾਂ ਨੇ ਫ਼ੋਨ ਨਹੀਂ ਚੱਕਿਆ, ਉਹਨਾਂ ਦੇ ਨਾਲ ਦੇ ਸਿੰਘਾਂ ਨੇ ਫ਼ੋਨ ਚੱਕਿਆ। ਮੈਂ ਬੇਨਤੀ ਕੀਤੀ ਵੀ ਭਾਈ ਸਾਹਿਬ ਨਾਲ ਗੱਲ ਕਰਾਓ, ਮੈਂ ਗੱਲ ਕਰਨੀ ਚਾਹੁੰਦਾ।
ਉਹ ਕਹਿੰਦੇ ਸਾਡੇ ਨਾਲ ਕਰੋ, ਉਹ ਭਾਈ ਸਾਹਿਬ ਨਹੀਂ ਵਿਚਾਰ ਕਰਦੇ। ਤੇ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਵੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਅਸੀਂ ਡੈਮੋਕ੍ਰੇਸੀ ਦੀ ਮਦਦ ਦੇ ਨਾਲ, ਕਾਨੂੰਨ ਦੀ ਮਦਦ ਦੇ ਨਾਲ ਹੱਕ ਲਈਏ, ਤੇ ਕਾਨੂੰਨ ਹੀ ਸਾਡੇ ਲਈ ਵੱਖਰੇ ਹੋ ਜਾਂਦੇ, ਉਦੋਂ ਅਸੀਂ ਕੀ ਕਰੀਏ? ਤੇ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਵੀ ਆਨੰਦਪੁਰ ਦਾ ਮਤਾ ਰੱਖਣਾ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਸਬੂਤ ਆ। ਹੁਣ ਅਸੀਂ ਆਨੰਦਪੁਰ ਦਾ ਮਤਾ ਰੱਖਣਾ ਕੀ ਆ ਵੀ ਡੈਮੋਕ੍ਰੇਸੀ ਦੀ ਮਦਦ ਦੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੱਕ ਮੰਗੇ ਜਾਂਦੇ ਨੇ। ਤੇ ਜੇ ਕੋਈ ਹੱਕ ਨਹੀਂ ਦਿੰਦਾ, ਸਾਡੀ ਸੁਣਦਾ ਹੀ ਨਹੀਂ, ਉੱਤੋਂ ਸਾਡੇ ਤੇ ਜ਼ੁਲਮ ਕਰਨ ਲੱਗ ਪਵੇ, ਤੇ ਫਿਰ ਅੱਕ ਕੇ ਸਿੱਖ ਸ਼ਸਤਰ ਚੁੱਕਦਾ, ਤੇ ਅਸੀਂ ਕੀ ਨਜਾਇਜ਼ ਕਰਦੇ ਹਾਂ ਜੀ? ਤੇ ਉਹ ਪ੍ਰਚਾਰਕ ਇਸ ਗੱਲ ਦਾ ਵੀ ਜਵਾਬ ਦੇਣ ਵੀ ਕਹਿ ਦਿੰਦੇ ਨਾ ਫਿਰ ਦੂਰਦੇਸ਼ੀ ਤੋਂ ਕੰਮ ਲੈਣਾ ਚਾਹੀਦਾ, ਸਾਨੂੰ ਆਪਣੀ ਕੌਮ ਦਾ ਮਰਵਾਉਣੀ ਨਹੀਂ ਚਾਹੀਦੀ, ਇਹਦੇ ਨਾਲ ਸਾਡੀ ਕੌਮ ਨੂੰ ਘਾਟਾ ਪੈਂਦਾ। ਦੇਖੋ ਇਹ ਬਿਆਨ ਤਾਂ ਮੈਂ ਵੀ ਸੁਣਿਆ, ਔਰ ਮੈਂ ਇਹ ਸੋਚਦਾ ਵੀ ਅਸਲ ਦੇ ਵਿੱਚ ਨਾ ਇਹਨਾਂ ਸਾਰੇ ਸ਼ਬਦਾਂ ਦੇ ਨਾ ਅਰਥ ਵਿਗਾੜੇ ਜਾ ਰਹੇ ਨੇ। ਦੂਰਅੰਦੇਸ਼ੀ ਦੇ ਸਹੀ ਅਰਥ ਵਿਗਾੜੇ ਜਾ ਰਹੇ ਨੇ, ਅੰਮ੍ਰਿਤ ਵੇਲੇ ਦੇ ਪਰਮਾਤਮਾ ਦੇ ਅਰਥ ਵਿਗਾੜੇ ਜਾ ਰਹੇ ਨੇ, ਬਾਕੀ ਤਾਂ ਬੜੀਆਂ ਦੂਰ ਦੀ ਗੱਲਾਂ। ਮੈਂ ਵੀ ਬਿਆਨ ਸੁਣਿਆ ਸੀ, ਇਹ ਦਲੀਲ ਦੇ ਰਹੇ ਨੇ ਵੀ ਜੇ ਅਗਲੇ ਕੋਲ AK-47 ਹੋਵੇ, ਤੁਹਾਡੇ ਕੋਲ ਗੁਲੇਲ ਆ, ਤੇ ਭੁੱਲ ਕੇ ਗੁਲੇਲ ਨਾ ਮਾਰੋ। ਅਗਲੇ ਸਾਬਤ ਕਰ ਦੇਣਗੇ ਵੀ ਇਹਨੇ ਗੁਲੇਲ ਮਾਰੀ ਸੀ, ਮੈਂ ਤਾਂ ਤੁਹਾਨੂੰ ਮਾਰਿਆ। ਤੇ ਮੈਂ ਅਕਸਰ ਉਹਨਾਂ ਨੂੰ ਜਵਾਬ ਦਿੰਦਾ ਹੁੰਦਾ ਹੈ, ਜਿਹੜੇ ਇਹ ਕਹਿੰਦੇ ਨੇ ਵੀ ਜਦੋਂ ਅਗਲਿਆਂ ਦੀ ਗਿਣਤੀ ਜ਼ਿਆਦਾ ਹੋਵੇ ਉਦੋਂ ਬਚ ਕੇ ਚੱਲਣਾ ਚਾਹੀਦਾ, ਉਦੋਂ ਹੱਕ ਨਹੀਂ ਮੰਗਣੇ ਚਾਹੀਦੇ ਜਾਂ ਇੰਜ ਨਹੀਂ ਕਰਨਾ ਚਾਹੀਦਾ, ਉਹਨੂੰ ਦੂਰਅੰਦੇਸ਼ੀ ਕਹਿੰਦੇ ਨੇ। ਤੇ ਮੈਂ ਫਿਰ ਉਹਨਾਂ ਨੂੰ ਬੇਨਤੀ ਕਰਾਂਗਾ, ਬਾਬਰ ਦਾ ਦਰਬਾਰ ਸੱਜਿਆ, ਕਿੰਨੀ ਫੌਜ ਹੈ, ਤੇ ਕੇਵਲ ਗੁਰੂ ਨਾਨਕ ਤੇ ਭਾਈ ਮਰਦਾਨਾ ਦੋ ਜਾਣੇ ਆ ਨਾ, ਤੇ ਐਡੀ ਵੱਡੀ ਫੌਜ ਤੇ ਬਾਦਸ਼ਾਹ ਨੂੰ ਸਾਹਮਣੇ ਖਲੋ ਕੇ ਜਾਬਰ ਕਹਿ ਰਹੇ ਨੇ ਕਿ ਉਹ ਦੂਰਅੰਦੇਸ਼ੀ ਨਹੀਂ ਸੀ ਵਰਤ ਰਹੇ। ਉਹ ਵੀ ਇੰਜ ਸੋਚ ਲੈਂਦੇ ਵੀ ਇਹਨਾਂ ਦੀ ਗਿਣਤੀ ਜ਼ਿਆਦਾ ਜੀ, ਸਾਨੂੰ ਨਹੀਂ ਬੋਲਣਾ ਚਾਹੀਦਾ। ਤੇ ਬੇਨਤੀ ਕਰਾਂ, ਚਮਕੌਰ ਦਾ ਯੁੱਧ ਹੋਇਆ, ਲੜਨ ਵਾਲੇ ਤਾਂ 40 ਸੀ ਨਾ, ਬਾਕੀ ਸਾਰੇ ਲੋਕ ਸੁੱਤੇ ਹੀ ਪਏ ਸੀ ਨਾ, ਇਹੀ ਸੋਚ ਕੇ ਵੀ ਇਹ ਲੋਕ ਜ਼ਿਆਦੇ ਨੇ, ਸਾਨੂੰ ਮਾਰ ਦੇਣਗੇ, ਬਚ ਕੇ ਚੱਲੋ, ਇਹੀ ਸੋਚ ਕੇ ਚੁੱਪ ਹੀ ਬੈਠੇ ਸੀ ਨਾ, ਗੁਲਾਮੀ ਸਹਿ ਰਹੇ ਸੀ। ਆਜ਼ਾਦੀ ਨਾਲ ਵਿਚਰਨ ਵਾਲੇ ਲੜ ਰਹੇ ਨੇ। ਹੁਣ ਕੌਣ ਗਲਤ ਆ? ਫਿਰ ਸਿੱਖ ਜਾਂ ਆਜ਼ਾਦ ਹੋ ਕੇ ਵਿਚਰ ਸਕਦਾ ਹੈ ਜਾਂ ਹੱਕਾਂ ਲਈ ਜੂਝੇਗਾ। ਸਿੱਖ ਕਦੀ ਗੁਲਾਮ ਹੋ ਕੇ ਇਸ ਤਰ੍ਹਾਂ ਨਹੀਂ ਬੈਠ ਸਕਦਾ। ਸਿੱਧੀ ਗੱਲ ਉਹਨਾਂ ਨੂੰ ਜਵਾਬ ਹੈ ਜੀ। ਜੀ ਜਿਵੇਂ ਹੁਣ ਮੁੰਡੇ ਇਹਨਾਂ ਰਾਹਾਂ 'ਤੇ ਪੈਂਦੇ ਜਾਂਦੇ ਨੇ, ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੇ, ਕਈ ਮੁੜ ਕੇ ਘਰ ਵਾਪਸੀ ਵੀ ਕੀਤੀ, ਲੱਖੇ ਸਿਧਾਣੇ ਵਰਗਿਆਂ। ਪਰ ਤੁਹਾਡੇ ਮੁਤਾਬਕ ਹੱਲ ਕੀ ਆ? ਜਿਵੇਂ ਹੁਣ ਵਿਕਾਸ ਦੁਬੇ ਵੀ ਹੋ ਸਕਦਾ, ਜਿਹੜਾ ਉਹਦਾ ਛੋਟਾ ਜੀਵਨ ਹੋਵੇਗਾ, ਜਦੋਂ ਬਚਪਨ ਦੇ ਵਿੱਚ ਹੋਊਗਾ ਵੀ ਉਸ ਦਾ ਉਹ ਸ਼ਰੀਫ ਬਹੁਤ ਹੋਵੇ, ਜਦੋਂ ਅਪਰਾਧਿਕ ਕਿਸਮ ਦੇ ਮਾਮਲੇ ਉਹਦੇ 'ਤੇ ਪੈ ਗਏ, ਦਰਜ ਹੁੰਦੇ, ਉਸ ਤੋਂ ਬਾਅਦ ਉਹਦੀ ਜਿਹੜਾ ਧਿਆਨ ਉਸ ਚੀਜ਼ ਦੇ ਵਿੱਚ ਵੜ ਗਿਆ। ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਮੁੰਡੇ ਬਹੁਤ ਜ਼ਿਆਦਾ ਹੈਗੇ ਨੇ, ਜਿਹੜੇ ਕੁਝ ਮਾਰੇ ਵੀ ਗਏ ਨੇ। ਵਿੱਕੀ ਗੌਂਡਰ ਦੀ ਗੱਲ ਕਰਦੇ ਹਾਂ, ਤੇ ਉਹ ਬਹੁਤ ਵੱਡਾ ਪਲੇਅਰ ਸੀਗਾ। ਰੌਕੀ ਦੀ ਗੱਲ ਕਰਦੇ ਹਾਂ, ਉਹ ਵੀ ਵਧੀਆ ਸੀਗਾ, ਕਹਿੰਦੇ ਵੀ ਉਹ ਵੀ ਇੱਕ ਪਲੇਅਰ ਸੀਗਾ। ਤੇ ਉਸ ਤੋਂ ਬਾਅਦ ਉਹ ਜਿਹੜਾ ਲੋਕ ਭਲਾਈ ਦੇ ਕੰਮ ਵੀ ਬਹੁਤ ਜ਼ਿਆਦਾ ਕਰਦਾ ਸੀਗਾ। ਇੱਕ ਸ਼ੇਰਾ ਖੁੱਬਣ ਹੈਗਾ, ਬੜੇ ਹੈਗੇ ਨੇ। ਜਿਵੇਂ ਇਹਨਾਂ ਦੇ ਕੁਝ ਸਾਥੀ ਸਨ ਜਿਨ੍ਹਾਂ ਦਾ ਇਹਨਾਂ ਸੁੱਖਾ ਕਾਹਲੋਂ ਦਾ ਵਿੱਕੀ ਗੌਂਡਰ ਆਪ ਹੀ ਕਤਲ ਕਰ ਦਿੱਤਾ, ਪਹਿਲਾਂ ਇੱਕੇ ਥਾਲੀ ਦੇ ਵਿੱਚ ਖਾਂਦੇ ਸੀ। ਇਹਦੇ ਤੁਹਾਡੇ ਮੁਤਾਬਕ ਹੱਲ ਕੀ ਨਿਕਲ ਸਕਦਾ? ਕਿਉਂਕਿ ਮੁੰਡੇ ਇਸ ਰਾਹ 'ਤੇ ਜਾ ਰਹੇ ਨੇ, ਇਹਨਾਂ ਦਾ ਹੱਲ ਕੀ ਹੈ? ਹੱਲ ਦੇਖੋ, ਜੇ ਤਾਂ ਮੁੰਡਿਆਂ ਦੇ ਇਸ ਰਾਹ ਦੇ ਵਾਲੀ ਗੱਲ ਕਹੋਗੇ ਨਾ ਜੀ, ਹੱਲ ਤਾਂ ਇਹ ਆ ਵੀ ਸਾਨੂੰ ਸਹੀ ਦੇ ਵਿੱਚ ਸ਼ਸਤਰਾਂ ਦੀ ਪਰਿਭਾਸ਼ਾ ਸਮਝਾਉਣੀ ਬਹੁਤ ਜ਼ਰੂਰੀ ਆ ਨੌਜਵਾਨੀ ਨੂੰ, ਕਿ ਸਿੱਖ ਕਿਰਪਾਨ ਕਿਰਪਾ ਲਈ ਚੁੱਕਦਾ ਹੈ, ਜ਼ੁਲਮ ਕਰਨ ਲਈ ਨਹੀਂ ਚੁੱਕਦਾ, ਸਰਬੱਤ ਦੇ ਭਲੇ ਲਈ ਚੁੱਕਦਾ। ਤੇ ਇਸ ਕਰਕੇ ਸਾਨੂੰ ਗੁਰਬਾਣੀ ਦਾ ਸ਼ਬਦ ਦੇ ਅਧੀਨ ਹੋ ਕੇ ਸ਼ਸਤਰ ਚੁੱਕਾਂਗੇ, ਤੇ ਉਹ ਸ਼ਸਤਰ ਫਿਰ ਬਣੇਗਾ ਗੁਰੂ ਗੋਬਿੰਦ ਸਿੰਘ ਜੀ ਵਾਲਾ ਸ਼ਸਤਰ। ਤੇ ਜੇ ਅਸੀਂ ਸ਼ਬਦ ਦੇ ਦਾਇਰੇ ਤੋਂ ਬਾਹਰ ਹੋ ਕੇ ਸ਼ਸਤਰ ਪਕੜਾਂਗੇ, ਉਹ ਸ਼ਸਤਰ ਫਿਰ ਬਣਦਾ ਹੈ ਔਰੰਗਜ਼ੇਬ ਵਾਲਾ ਸ਼ਸਤਰ। ਜੇ ਨੌਜਵਾਨੀ ਦੀ ਇਹ ਗੱਲ ਆਉਂਦੀ ਆ, ਤੇ ਮੈਂ ਸੋਚਦਾ ਵੀ ਸਾਡੀ ਨੌਜਵਾਨੀ ਨੂੰ ਸ਼ਬਦ ਦੇ ਦਾਇਰੇ 'ਚ ਆਉਣਾ ਚਾਹੀਦਾ, ਗੁਰਬਾਣੀ ਨਾਲ ਜੁੜਨਾ ਚਾਹੀਦਾ, ਫਿਰ ਸਾਨੂੰ ਸ਼ਸਤਰ ਦੀ ਸਹੀ ਡੈਫੀਨੇਸ਼ਨ ਪਤਾ ਲੱਗੇਗੀ। ਦੂਸਰੀ ਬੇਨਤੀ ਮੈਂ ਇੱਕ ਇਹ ਵੀ ਕਰਕੇ ਜ਼ਰੂਰ ਕਰਾਂਗਾ ਵੀ ਜੇ ਅਸੀਂ ਓਵਰਆਲ ਹੱਲ ਵੀ ਚਾਹੁੰਦੇ ਆ ਨਾ ਵੀ ਪੂਰੇ ਦੇਸ਼ ਦੇ ਵਿੱਚ ਸ਼ਾਂਤੀ, ਮੈਂ ਪੂਰੇ ਦੇਸ਼ ਦੀ ਗੱਲ ਨਹੀਂ ਕਰਾਂਗਾ, ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਚਾਹੁੰਦੇ ਆ, ਤਾਂ ਮੈਂ ਇਹ ਪੂਰੀ ਦੁਨੀਆ ਨੂੰ ਐਲਾਨੀਆਂ ਤੌਰ 'ਤੇ ਕਹਿਣਾ ਹੈ, ਹੱਲ ਇੱਕੋ ਹੀ ਆ ਕਿ ਇਸ ਦੁਨੀਆ 'ਤੇ, ਮੈਂ ਕੇਵਲ ਇੱਕ ਦੇਸ਼ 'ਤੇ ਨਹੀਂ ਕਹਿ ਰਿਹਾ, ਇਸ ਦੁਨੀਆ 'ਤੇ ਰਾਜ ਕਿਤੇ ਉਸ ਵਿਚਾਰਧਾਰਾ ਵਾਲਿਆਂ ਦਾ ਆ ਜਾਵੇ ਜਿਹੜੇ ਲੋਕ ਉਹਨਾਂ ਲਈ ਵੀ ਕੁਰਬਾਨੀਆਂ ਦੇ ਦੇਣ ਜਿਨ੍ਹਾਂ ਦੀ ਵਿਚਾਰ ਨਾਲ ਸਹਿਮਤ ਵੀ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ, ਕਿਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਾਂ ਦੁਬਾਰਾ ਆਵੇ, ਜਿਹੜੇ ਰਾਜ ਦੇ ਵਿੱਚ ਕੋਈ ਬਲਾਤਕਾਰ ਦੇ ਕੇਸ ਨਹੀਂ, ਇੱਕ ਵੀ ਕੋਈ ਇਹੋ ਜਿਹਾ ਸਾਨੂੰ ਘਟਨਾ ਦੱਸ ਦਿਓ ਜਿੱਥੇ ਨਿਆਂ ਨਾ ਮਿਲਿਆ ਹੋਵੇ। ਉਹਦੇ ਰਾਜ ਦੇ ਵਿੱਚ ਧਰਮ ਦੇਖ ਕੇ ਨਿਆਂ ਨਹੀਂ ਸੀ ਕੀਤਾ ਜਾਂਦਾ, ਸਭ ਨੂੰ ਬਰਾਬਰ ਦਾ ਨਿਆਂ। ਮੈਂ ਇੱਕ ਘਟਨਾ ਜ਼ਰੂਰ ਕਹਿ ਕੇ ਇਸ ਸਵਾਲ ਦਾ ਜਵਾਬ ਦੇਵਾਂਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਨਾ ਇੱਕ ਜੀ ਐਸਾ ਸਮਾਂ ਆਇਆ ਜਦੋਂ ਪੰਜਾਬ ਦੇ ਵਿੱਚ ਕਾਲ ਪੈ ਗਿਆ, ਲੋਕ ਰੋਟੀ ਤੋਂ ਆਤੁਰ ਹੋ ਗਏ, ਤੜਫਦੇ ਪਏ ਨੇ ਵੀ ਸਾਨੂੰ ਕਿਤੋਂ ਰੋਟੀ ਅੰਨ ਲੱਭੇ, ਕਾਲ ਪੈ ਗਿਆ।
ਤੇ ਇਹ ਜਦੋਂ ਦੁਖਾਂਤ ਪੂਰੇ ਪੰਜਾਬ ਦੇ ਵਿੱਚ ਫੈਲ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਇਹ ਦਰਦ ਲੋਕਾਂ ਦਾ ਦੇਖ ਨਾ ਸਕਿਆ, ਉਹਨੇ ਹੋਕਾ ਫਿਰਵਾ ਦਿੱਤਾ, ਇਹ ਹੋਕਾ ਲਵਾ ਦਿੱਤਾ ਕਿ ਇਸ ਪ੍ਰਜਾ ਦਾ ਕੋਈ ਵੀ ਬੰਦਾ ਭੁੱਖਾ ਨਹੀਂ ਬੈਠੇਗਾ। ਮੇਰੇ ਭੰਡਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲੇ ਨੇ, ਕਿਸੇ ਨੂੰ ਵੀ ਲੋੜ ਹੋਵੇ ਬਿਨਾਂ ਪੁੱਛਿਆ ਇੱਥੋਂ ਆ ਕੇ ਅੰਨ ਲਿਜਾ ਸਕਦਾ। ਹੁਣ ਦੇਖੋ ਇਹੋ ਜਿਹਾ ਰਾਜ ਕੌਣ ਨਹੀਂ ਚਾਹੁੰਦਾ। ਅੱਜ ਤੁਸੀਂ ਦੇਖ ਲਓ, ਅੱਜ ਲੋਕਡਾਊਨ ਵਰਗੇ ਮਾਹੌਲ ਆ ਗਏ ਨਾ, ਲੋਕ ਆਪਦੇ ਰੇਟ ਵਧਾ ਦਿੰਦੇ ਨੇ, ਠੱਗਣ ਤੇ ਆ ਜਾਂਦੇ ਨੇ ਤੇ ਲੋਕ ਭੁੱਖੇ ਮਰਦੇ ਰਹਿਣ। ਕੋਈ ਅੱਜ ਦੇ ਰਾਜੇ ਕਰਦੇ ਨੇ ਪਰਵਾਹ? ਤੇ ਕੌਣ ਨਹੀਂ ਚਾਹੁੰਦਾ ਉਹੋ ਜਿਹੇ ਮਹਾਰਾਜੇ ਨੂੰ ਜਿਹੜਾ ਆਪਣੀ ਪ੍ਰਜਾ ਦਾ ਦੁੱਖ ਨਹੀਂ ਦੇਖ ਸਕਿਆ, ਭੰਡਾਰੇ ਖੁੱਲੇ ਕਰਤੇ ਵੀ ਜਿਹਨੂੰ ਲੋੜ ਆ ਕੇ ਲੈ ਜਾਓ। ਤੇ ਇੱਕ ਹੋਰ ਘਟਨਾ ਵਰਤੀ, ਲਾਹੌਰ ਦੀ ਬਸਤੀ ਦੇ ਵਿੱਚ ਇੱਕ ਗਰੀਬੜਾ ਜਾਂ ਮੋਚੀ ਬੱਚਾ ਰਹਿੰਦਾ ਸੀ ਜੀ। ਇਹ ਸ਼ਾਇਦ ਆਪਾਂ ਸਕੂਲਾਂ ਦੇ ਵਿੱਚ ਵੀ ਇਹ ਘਟਨਾ ਪੜ੍ਹੀ ਹੋਵੇ। ਗਰੀਬੜਾ ਜਾਂ ਮੋਚੀ ਕਈ ਦਿਨਾਂ ਤੋਂ ਭੁੱਖਾ ਸੀ ਤੇ ਆਪਦੇ ਬੁੱਢੇ ਦਾਦੇ ਨੂੰ ਕਹਿਣ ਲੱਗਾ, ਬਾਬਾ ਢਿੱਡ ਦੇ ਵਿੱਚ ਆਵਾਜ਼ਾਂ ਆ ਰਹੀਆਂ ਨੇ, ਬੜੀ ਭੁੱਖ ਲੱਗੀ ਏ। ਤੇ ਰਾਜੇ ਦੇ ਦਰਬਾਰ ਦੇ ਵੱਲੋਂ ਹੋਕਾ ਆਇਆ, ਤੋਤਲੀ ਆਵਾਜ਼ 'ਚ ਬੋਲਦਾ ਹੈ, ਰਾਜੇ ਦੇ ਦਰਬਾਰ ਵੱਲੋਂ ਹੋਕਾ ਆਇਆ ਹੈ, ਜਿੰਨਾ ਅੰਨ ਲਿਜਾਣਾ ਲੈ ਜਾਓ, ਜਿੰਨਾ ਭੋਜਨ ਲਿਜਾਣਾ ਲੈ ਜਾਓ। ਬਾਬਾ ਭੁੱਖ ਬਹੁਤ ਲੱਗੀ ਏ, ਆਪਾਂ ਵੀ ਜਾ ਕੇ ਕੁਝ ਭੋਜਨ ਨਾ ਲੈ ਆਈਏ, ਹੁਣ ਤਾਂ ਆਪਾਂ ਨੂੰ ਬੁਰਕੀ ਨਹੀਂ ਲੱਭਦੀ ਪਈ, ਫਿਰ ਆਪਾਂ ਰੱਜ ਰੱਜ ਕੇ ਖਾਵਾਂਗੇ। ਹੁਣ ਬੁੱਢੜਾ ਬਾਬਾ ਹੱਥ ਉਹਦੇ ਕੰਬਦੇ ਨੇ, ਪੈਰ ਉਹਦੇ ਕੰਬਦੇ ਨੇ, ਵਿਚਾਰੇ ਨੂੰ ਚੱਲਣਾ ਬੜਾ ਔਖਾ, ਹਿੰਮਤ ਨਹੀਂ ਸੀ, ਪਰ ਫਿਰ ਵੀ ਸੋਚਿਆ ਵੀ ਇਸ ਜਵਾਕ ਦਾ ਦਰਦ ਨਹੀਂ ਦੇਖਿਆ ਜਾਂਦਾ। ਆਪਦੀ ਡੰਗੋਰੀ ਪਕੜ ਕੇ ਕੰਬਦੀਆਂ ਲੱਤਾਂ ਨਾਲ ਤੁਰ ਗਿਆ। ਜਦੋਂ ਪਹੁੰਚਿਆ ਰਾਜੇ ਦੇ ਮਹਾਰਾਜੇ ਦੇ ਭੰਡਾਰੀ ਕੋਲ, ਚਾਦਰ ਵਿਛਾ ਦਿੱਤੀ। ਭੰਡਾਰੀ ਨੇ ਬਿਨਾਂ ਪੁੱਛਿਆ ਸਾਰੀ ਚਾਦਰ ਭਰਤੀ, 2 ਮਣ ਭਾਰ ਹੋ ਗਿਆ। ਹੁਣ ਇੰਨੀ ਭਾਰੀ ਭੰਡ, ਤੇ ਭੰਡਾਰੀ ਦੂਜਿਆਂ ਨੂੰ ਅੰਨ ਵੰਡਣ ਦੇ ਵਿੱਚ ਬਿਜ਼ੀ ਸੀ। ਤੇ ਹੁਣ ਇੰਨੀ ਭਾਰੀ ਪੰਡ ਨਾ ਬੁੱਢਾ ਚੁੱਕ ਸਕਦਾ ਸੀ ਤੇ ਨਾ ਬੱਚਾ। ਬੁੱਢਾ ਉਹਦੀਆਂ ਲੱਤਾਂ ਕੰਬਦੀਆਂ ਪਈਆਂ ਨੇ, ਕਿਵੇਂ ਚੁੱਕੇ? ਤੇ ਦੂਜਾ ਨਿਆਣਾ ਕੌਣ ਚੁੱਕੇ? ਵਿਚਾਰੇ ਦੇਖਦੇ ਪਏ ਨੇ ਵੀ ਹੁਣ ਅੰਨ ਤਾਂ ਮਿਲ ਗਿਆ, ਹੁਣ ਇੰਨੀ ਭਾਰੀ ਪੰਡ ਲੈ ਕੇ ਕਿਵੇਂ ਜਾਈਏ। ਇੰਨੀ ਦੇਰ ਨੂੰ ਇੱਕ ਚਿੱਟੇ ਕੁੜਤੇ ਪਜਾਮੇ ਵਾਲਾ, ਚਿੱਟੇ ਕੱਪੜਿਆਂ ਵਾਲਾ ਇੱਕ ਬਜ਼ੁਰਗ ਆਇਆ, ਦਾੜੀ ਉਹਦੀ ਚਿੱਟੀ ਹੈ, ਦੁਧਲਾ ਦਾੜਾ, ਤੇ ਆ ਕੇ ਪੰਡ ਨੂੰ ਸਿਰ ਤੇ ਚੁੱਕਿਆ ਤੇ ਕਹਿਣ ਲੱਗਾ, ਬਾਬਾ ਮੈਂ ਤੇਰਾ ਪੋਤਾ, ਚੱਲ ਇਹ ਪੰਡ ਮੈਂ ਤੇਰੇ ਕੋਲ ਛੱਡ ਆਉਣਾ, ਤੇਰੇ ਘਰ ਛੱਡ ਆਉਣਾ। ਰਸਤੇ ਦੇ ਵਿੱਚ ਉਹ ਪੰਡ ਸਿਰ ਤੇ ਚੁੱਕ ਕੇ ਲਈ ਜਾ ਰਿਹਾ ਤੇ ਬਾਬਾ ਅਸੀਸਾਂ ਦਿੰਦਾ ਜਾ ਰਿਹਾ ਵੀ ਇਹ ਕੋਈ ਬੰਦਾ ਨਹੀਂ, ਇਹ ਤਾਂ ਅੱਲਾ ਉੱਤਰ ਆਇਆ ਮੇਰੀ ਮਦਦ ਲਈ। ਜਦੋਂ ਜਾ ਕੇ ਪੰਡ ਰੱਖੀ, ਬਾਬੇ ਪੁੱਛਿਆ ਵੀ ਭਲਿਆ ਪੁਰਸ਼ਾ ਤੂੰ ਹੈ ਕੌਣ ਜਿੰਨੇ ਮੇਰੀ ਮਦਦ ਕੀਤੀ? ਤੇ ਉਸ ਬਜ਼ੁਰਗ ਨੇ ਜਵਾਬ ਦਿੱਤਾ, ਕਹਿਣ ਲੱਗਾ, ਬਾਬਾ ਲੋਕ ਮੈਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ, ਪਰ ਮੈਂ ਪ੍ਰਜਾ ਦਾ ਕੁੱਕਰ ਆ। ਹੁਣ ਤੁਸੀਂ ਦੇਖੋ ਕੌਣ ਨਹੀਂ ਚਾਹੁੰਦਾ ਇਹੋ ਜਿਹਾ ਰਾਜ। ਉਹ ਰਾਜਾ ਜਿਹੜਾ ਕੇਵਲ ਭੰਡਾਰੇ ਹੀ ਖੁੱਲੇ ਨਹੀਂ ਛੱਡਦਾ, ਲੋੜ ਪਵੇ ਤੇ ਆਪ ਪੰਡ ਸਿਰ ਤੇ ਚੁੱਕ ਕੇ ਵੀ ਉਹਨਾਂ ਦੇ ਘਰ ਛੱਡ ਕੇ ਆਉਂਦਾ ਹੈ। ਇਹੋ ਜਿਹਾ ਰਾਜ ਹੀ, ਮੈਂ ਕੇਵਲ ਇੱਕ ਦੇਸ਼ ਦੀ ਗੱਲ ਨਹੀਂ ਕਰਦਾ, ਪੂਰੀ ਦੁਨੀਆ ਵਾਸਤੇ ਇਹੋ ਜਿਹਾ ਰਾਜ ਹੀ ਹੱਲ ਹੈ। ਤੇ ਅਰਦਾਸ ਹੈ ਸਤਿਗੁਰੂ ਅੱਗੇ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਰਾਜ ਆਵੇ। ਤਾਂ ਹੀ ਮਹਾਰਾਜ ਨੇ ਹੋਕਾ ਦਿੱਤਾ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ। ਜੀ ਬਿਲਕੁਲ, ਅੱਜ ਅਸੀਂ ਗੱਲਬਾਤ ਕਰ ਰਹੇ ਸੀ ਵਿਕਾਸ ਦੁਬੇ ਦੇ ਜੀਵਨ ਤੇ, ਉਸ ਤੇ ਅਪਰਾਧਿਕ ਮਾਮਲਿਆਂ ਤੇ, ਉਸ ਦਾ ਇਨਕਾਊਂਟਰ ਹੋ ਜਾਣਾ, ਉੱਥੋਂ ਦੀ ਪੁਲਿਸ ਵੱਲੋਂ ਉਸ ਦਾ ਮੁਕਾਬਲਾ ਬਣਾ ਕੇ ਜਿਹੜੀ ਉਹਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਲਾਈਨ ਤੇ ਕਿਉਂ ਆਉਂਦੇ ਨੇ ਨੌਜਵਾਨੀ ਦੇ ਵਿੱਚ ਮੁੰਡੇ? ਕਿ ਸਰਕਾਰਾਂ ਕਿਸ ਕੰਮ ਲਈ ਵਰਤਦੀਆਂ ਨੇ? ਬਾਅਦ ਦੇ ਵਿੱਚ ਜਦੋਂ ਵਰਤ ਲੈਂਦੀਆਂ ਨੇ, ਜਾਂ ਇਹ ਸਰਕਾਰਾਂ ਦੇ ਆਖੇ ਲੱਗਣੇ ਜਾਂ ਲੀਡਰਾਂ ਦੇ ਆਖੇ ਲੱਗਣੇ ਹਟ ਜਾਂਦੇ ਨੇ, ਉਸ ਤੋਂ ਬਾਅਦ ਇਹਨਾਂ ਨੂੰ ਕਾਨੂੰਨ ਦੇ ਵਿੱਚ ਫਸਾ ਕੇ ਉਸ ਤੋਂ ਬਾਅਦ ਇਹਨਾਂ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ। ਅਜਿਹਾ ਕੋਈ ਵਿਕਾਸ ਦੁਬੇ ਦਾ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ। ਪੰਜਾਬ ਦੇ ਵਿੱਚ ਅਨੇਕਾਂ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਚੁੱਕੇ ਨੇ, ਜਿਸ ਦੀਆਂ ਅਸੀਂ ਵੀਡੀਓ ਦੇ ਵਿੱਚ ਉਦਾਹਰਨਾਂ ਵੀ ਦੇ ਚੁੱਕੇ ਹਾਂ ਕਿ ਉਹਨਾਂ ਨੂੰ ਪਹਿਲਾਂ ਵਰਤਿਆ ਜਾਂਦਾ, ਫਿਰ ਉਸਨਾਂ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ। ਬਾਅਦ ਦੇ ਵਿੱਚ ਉਹਨਾਂ ਨੂੰ ਕਿਸੇ ਕਮਿਊਨਿਟੀ ਦੇ ਨਾਲ ਜੋੜ ਕੇ ਜੇਕਰ ਪੰਜਾਬ ਦਾ, ਤਾਂ ਉਸ ਨੂੰ ਅੱਤਵਾਦੀ ਦਾ ਜਿਹੜਾ ਟੈਗ ਵੀ ਦੇ ਦਿੱਤਾ ਜਾਂਦਾ। ਪਰ ਵਿਕਾਸ ਜੇ ਦੁਬੇ ਸੀ ਤੇ ਉਸ ਤੋਂ ਬਾਅਦ ਜਿਹੜਾ ਮੀਡੀਆ ਸੀ ਉਹ ਚੁੱਪ ਕਿਉਂ ਸੀਗਾ? ਕਿਉਂ ਨਹੀਂ ਖੁੱਲ੍ਹ ਕੇ ਗੱਲ ਕਰ ਰਿਹਾ ਸੀ, ਜਾਂ ਕਿਉਂ ਨਹੀਂ ਉਹਨੂੰ ਅੱਤਵਾਦੀ ਕਹਿਣ ਲੱਗਿਆ? ਸ਼ਰਮ ਕਿਉਂ ਮਹਿਸੂਸ ਕਰ ਰਿਹਾ ਸੀ ਉਹਨੂੰ ਅੱਤਵਾਦੀ ਕਹਿਣ ਲੱਗਿਆ? ਕੀ ਉਹ ਅੱਤਵਾਦੀ ਨਹੀਂ ਸੀ? ਜੇ ਉਹ ਅੱਤਵਾਦੀ ਨਹੀਂ ਸੀ ਤੇ ਫਿਰ ਪੰਜਾਬ ਦੇ ਮੁੰਡੇ ਜਿਹੜਾ ਅਜਿਹਾ ਕੁਝ ਕਰਦੇ ਸੀ, ਫਿਰ ਇਸ ਹਿਸਾਬ ਨਾਲ ਉਹ ਵੀ ਅੱਤਵਾਦੀ ਨਹੀਂ ਹੋਣਗੇ। ਪਰ ਅਸੀਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਹੇ। ਸਾਰੀ ਭਾਈਚਾਰਕ ਸਾਂਝ ਜਿਹੜੀ ਉਹ ਜਿਉਂ ਦੀ ਤਿਉਂ ਬਣੀ ਰਹੇਗੀ, ਸਾਰਿਆਂ ਦੇ ਵਿੱਚ ਬਣਨੀ ਵੀ ਚਾਹੀਦੀ ਹੈ। ਜੇਕਰ ਅਸੀਂ ਇੱਕੋ ਦੇਸ਼ ਵਿੱਚ ਰਹਿੰਦੇ ਹਾਂ, ਇੱਕੋ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿੰਦੇ ਹਾਂ, ਅਤੇ ਸਾਰਿਆਂ ਲਈ ਕਾਨੂੰਨ ਵੀ ਇੱਕ ਤਰ੍ਹਾਂ ਦਾ ਹੋਣਾ ਚਾਹੀਦਾ। ਕਿਸੇ ਲਈ ਵੀ ਉਹ ਫਿਰਕਾ ਪ੍ਰਸਤ ਵਰਗਾ ਜਾਂ ਕਿਸੇ ਦਾ ਲਈ ਹੋਰ ਕਾਨੂੰਨ ਤੇ ਕਿਸੇ ਲਈ ਹੋਰ ਕਾਨੂੰਨ, ਜਾਂ ਕਿਸੇ ਦੇ ਨਾਮ ਪਿੱਛੇ ਕੀ ਲੱਗਦਾ, ਅਜਿਹਾ ਵੇਖ ਕੇ ਕਾਨੂੰਨ ਨਹੀਂ ਤਿਆਰ ਹੋਣਾ ਚਾਹੀਦਾ। ਸਾਰਿਆਂ ਲਈ ਕਾਨੂੰਨ ਇੱਕ ਹੋਣਾ ਚਾਹੀਦਾ ਜੇਕਰ ਦੇਸ਼ ਨੂੰ ਆਜ਼ਾਦ ਮੰਨਦੇ ਹੋ। ਜੇਕਰ ਕਾਨੂੰਨ ਇੱਕ ਨਹੀਂ, ਤੇ ਫਿਰ ਇਸ ਦਾ ਮਤਲਬ ਹਜੇ ਵੀ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹ ਹਜੇ ਵੀ ਗੁਲਾਮ ਨੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।